ਦਾ ਸਵਾਗਤ ਹੈ ਜੀ ਜੈਮ ਸਟੱਡੀ ਚੈਨਲ ਤੇ। ਅੱਜ ਆਪਾਂ ਕਰਨ ਜਾ ਰਹੇ ਹਾਂ ਵਿਸ਼ਵ ਦਾ ਇਤਿਹਾਸ। ਇਸ ਤੋਂ ਪਹਿਲਾਂ ਜੋ ਪੰਜਾਬ ਦਾ ਇਤਿਹਾਸ ਤੇ ਐਂਸ਼ੀਐਂਟ ਹਿਸਟਰੀ ਹੈ, ਜੋ ਪ੍ਰਾਚੀਨ ਭਾਰਤ ਦਾ ਇਤਿਹਾਸ ਅਤੇ ਸਿਵਿਕਸ ਦੇ ਜੋ ਵੀ ਟੌਪਿਕ ਨੇ ਉਹਨਾਂ ਦੀਆਂ ਪਲੇਲਿਸਟਸ ਬਣ ਚੁੱਕੀਆਂ ਨੇ ਤੇ ਲਿੰਕ ਤੁਹਾਨੂੰ ਮਿਲ ਜਾਵੇਗਾ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ। ਤੇ ਜੋ ਸਟੂਡੈਂਟਸ ਨਿਊ ਨੇ ਚੈਨਲ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਅੱਜ ਆਪਾਂ ਪਹਿਲਾਂ ਸਟਾਰਟਿੰਗ ਕਰਾਂਗੇ ਆਧੁਨਿਕ ਯੁੱਗ ਦਾ ਉਥਾਨ, ਪੁਨਰ ਜਾਗਰਣ ਅਤੇ ਧਰਮ ਸੁਧਾਰ ਅੰਦੋਲਨ, ਰਾਈਜ਼ ਆਫ ਮਾਡਰਨ ਏਜ, ਰੀਨੇਸੈਂਸ ਐਂਡ ਰੀਫੋਰਮੇਸ਼ਨ, ਜੋ ਕਿ ਵਿਸ਼ਵ ਦੇ ਇਤਿਹਾਸ ਦਾ ਇੱਕ ਪਾਰਟ ਆ ਕਿ ਕਿਸ ਤਰ੍ਹਾਂ ਜਿਹੜਾ ਯੂਰਪੀਅਨ ਕੰਟਰੀਜ਼ ਨੇ ਉਹਨਾਂ ਦੇ ਵਿੱਚ ਆਧੁਨਿਕਤਾ ਦਾ ਯੁੱਗ ਆਇਆ ਮੱਧਕਾਲੀਨ ਤੋਂ ਪਹਿਲਾਂ। ਉਸ ਦੇ ਬਾਰੇ ਗਿਆਨ ਹੋਣਾ ਬਹੁਤ ਜ਼ਰੂਰੀ ਆ ਤੇ ਇਸ ਦੇ ਵਿੱਚੋਂ ਅਕਸਰ ਹੀ ਜਿਹੜੇ ਕੁਐਸਚਨ ਆ ਪੁੱਛੇ ਜਾਂਦੇ ਨੇ। ਸੋ ਪਲੀਜ਼ ਵੀਡੀਓ ਨੂੰ ਧਿਆਨ ਦੇ ਨਾਲ ਦੇਖਣਾ ਸ਼ੁਰੂ ਤੋਂ ਐਂਡ ਤੱਕ, ਤਾਂ ਹੀ ਤੁਸੀਂ ਲਿੰਕ ਕਰ ਸਕਦੇ ਹੋ ਇੱਕ ਵੀਡੀਓ ਨੂੰ ਦੂਸਰੀ ਵੀਡੀਓ ਤੱਕ। ਇਸ ਤੋਂ ਇਲਾਵਾ ਪਲੀਜ਼ ਨੋਟਬੁੱਕ ਜ਼ਰੂਰ ਲੈ ਕੇ ਬੈਠਣਾ ਆਪਣੇ ਕੋਲ, ਤਾਂ ਜੋ ਤੁਸੀਂ ਜਿਹੜੀਆਂ ਬਹੁਤ ਹੀ ਅਹਿਮ ਗੱਲਾਂ ਨੇ ਉਹ ਤੁਸੀਂ ਨਾਲ ਦੀ ਨਾਲ ਹੀ ਨੋਟ ਕਰ ਲਵੋ। ਰੀਨੇਸਾਂਸ, ਜੋ ਕਿ ਫਰਾਂਸੀਸੀ ਭਾਸ਼ਾ ਦਾ ਸ਼ਬਦ ਹੈ, ਇਸ ਦਾ ਅਰਥ ਹੈ ਜੀ ਦੁਬਾਰਾ ਜਨਮ, ਰੀਬਰਥ ਜਾਂ ਨਵ ਜੀਵਨ, ਰੀਵਾਈਵਲ। ਅਤੀਤ ਜਾਂ ਭੂਤਕਾਲ ਦੇ ਵਿੱਚ ਦੁਬਾਰਾ ਜਨਮ ਤਾਂ ਨਹੀਂ ਹੁੰਦਾ, ਪਰ ਜਿਹੜੇ ਪ੍ਰਾਚੀਨ ਯੂਨਾਨੀ ਹੈ ਅਤੇ ਰੋਮਨ ਸਾਹਿਤ ਦੇ ਅਧਿਐਨ ਤੋਂ ਉਤਸ਼ਾਹ ਪ੍ਰਾਪਤ ਕਰਕੇ 14ਵੀਂ ਤੇ 17ਵੀਂ ਜਿਹੜੀਆਂ 14ਵੀਂ ਤੋਂ ਲੈ ਕੇ 17ਵੀਂ ਸਦੀ ਤੱਕ ਦੀਆਂ ਜਿਹੜੀਆਂ ਸਦੀਆਂ, ਉਹਨਾਂ ਦੇ ਵਿਚਕਾਰ ਇੱਕ ਪ੍ਰਕਾਰ ਦੀ ਨਵੀਂ ਸੰਸਕ੍ਰਿਤੀ ਦਾ ਜਨਮ ਹੋਇਆ। ਨਵੇਂ ਵਿਚਾਰਾਂ 'ਤੇ ਆਧਾਰਿਤ ਸੀ ਇਹ। ਸਿੱਟੇ ਵਜੋਂ ਯੂਰਪੀ ਸੱਭਿਅਤਾ ਨੇ ਮੱਧਕਾਲ ਤੋਂ ਆਧੁਨਿਕ ਕਾਲ ਵਿੱਚ ਪ੍ਰਵੇਸ਼ ਕੀਤਾ, ਭਾਵ ਕਿ 14ਵੀਂ ਤੋਂ ਲੈ ਕੇ 17ਵੀਂ ਸਦੀ ਤੱਕ ਜੋ ਰੋਮਨ ਸਾਹਿਤ ਸੀ ਤੇ ਪ੍ਰਾਚੀਨ ਯੂਨਾਨੀ ਸਾਹਿਤ ਸੀ, ਉਹਨਾਂ ਤੋਂ ਉਤਸ਼ਾਹ ਪ੍ਰਾਪਤ ਕਰਕੇ ਜਿਹੜੇ ਨਵੇਂ ਵਿਚਾਰਾਂ 'ਤੇ ਆਧਾਰਿਤ ਇੱਕ ਯੂਰਪੀ ਸੱਭਿਅਤਾ ਆਈ, ਜਿਹਨੇ ਯੂਰਪੀ ਸੱਭਿਅਤਾ ਨੂੰ ਮੱਧਕਾਲ ਤੋਂ ਆਧੁਨਿਕਤਾ ਦੇ ਵਿੱਚ ਪ੍ਰਵੇਸ਼ ਕਰਵਾ ਦਿੱਤਾ। ਉਸ ਦੇ ਪਿੱਛੇ ਕਈ ਕਾਰਨ ਸਨ, ਕਿਸ ਤਰ੍ਹਾਂ ਉਹ ਆਧੁਨਿਕਤਾ ਦੇ ਵਿੱਚ ਪ੍ਰਵੇਸ਼ ਕੀਤਾ, ਲੋਕਾਂ ਦੇ ਵਿੱਚ ਜਾਗਰਤੀ ਕਿਸ ਤਰ੍ਹਾਂ ਆਈ। ਕਿਉਂਕਿ ਉਸ ਸਮੇਂ ਆਪਾਂ ਗੱਲ ਕਰੀਏ ਜੇ 14ਵੀਂ ਸਦੀ ਦੀ, ਉਸ ਤੋਂ ਪਹਿਲਾਂ ਦੇ ਇਸ ਕਾਲ ਦੀ, ਤਾਂ ਉਸ ਸਮੇਂ ਸਭ ਤੋਂ ਵੱਧ ਪ੍ਰਭਾਵ ਸੀ ਈਸਾਈ ਧਰਮ ਦਾ, ਤੇ ਲੋਕ ਆ ਜਿਹੜੇ ਅੰਧ ਵਿਸ਼ਵਾਸਾਂ ਦੇ ਵਿੱਚ ਉਲਝੇ ਪਏ ਸਨ। ਤਾਂ ਉਸ ਤੋਂ ਕਿਸ ਤਰ੍ਹਾਂ ਜਿਹੜੇ ਲੋਕ ਆ ਉਹ ਤਰਕਸ਼ੀਲ ਦੇ ਆਧਾਰ 'ਤੇ ਆਏ, ਮਾਨਵਤਾ ਦੇ ਸਿਧਾਂਤ ਨੂੰ ਉਹਨਾਂ ਨੇ ਅਪਣਾਇਆ, ਕਿਸ ਤਰ੍ਹਾਂ ਹੋਇਆ, ਇਸ ਬਾਰੇ ਆਪਾਂ ਹੁਣ ਪੜ੍ਹਾਂਗੇ। ਤੇ ਇਹ ਰੀਨੇਸਾਂਸ ਜਿਹੜਾ ਸ਼ਬਦ ਹੈ ਉਹ ਫਰਾਂਸੀਸੀ ਭਾਸ਼ਾ ਦੇ ਸ਼ਬਦ ਤੋਂ ਹੈ, ਜਿਸ ਜਿਸ ਦਾ ਮਤਲਬ ਹੈ ਦੁਬਾਰਾ ਜਨਮ। ਇਸ ਨੂੰ ਧਿਆਨ ਨਾਲ ਨੋਟ ਕਰ ਲੈਣਾ ਜੀ। ਇਸ ਪੁਨਰ ਜਾਗਰਣ ਨੂੰ ਕਈ ਨਾਮਾਂ ਦੇ ਨਾਮ ਨਾਲ ਵੀ ਪੁਕਾਰਿਆ ਜਾਂਦਾ ਹੈ, ਜਿਵੇਂ ਪੁਨਰ ਜਾਗਰਣ ਨੂੰ ਪੁਨਰ ਜਾਗ੍ਰਿਤੀ ਕਿਹਾ ਜਾਂਦਾ ਹੈ, ਬੌਧਿਕ ਚੇਤਨਤਾ ਦਾ ਕਾਲ, ਸੰਸਕ੍ਰਿਤਿਕ ਪੁਨਰ ਅਥਾਨ ਵੀ ਇਹਨੂੰ ਬੋਲਿਆ ਜਾਂਦਾ। ਸੋ ਕਨਫਿਊਜ਼ ਨਹੀਂ ਹੋਣਾ, ਇਹਨਾਂ ਨੂੰ ਵੀ ਤੁਸੀਂ ਯਾਦ ਰੱਖ ਲੈਣਾ। 16ਵੀਂ ਸਦੀ 'ਚ ਇਟਾਲੀਅਨ ਲਿਖਾਰੀ ਸੀਗਾ ਵੇਸ਼ਾਰੀ। ਇਟਾਲੀਅਨ ਲਿਖਾਰੀ ਦਾ ਨਾਮ ਸੀ ਵੇਸ਼ਾਰੀ। ਉਸਨੇ ਰੇਨੇਸਾਂਤਾ ਸ਼ਬਦ ਵਰਤਿਆ ਸੀਗਾ। ਕਿਸ ਲਈ ਵਰਤਿਆ ਸੀ ਉਸਨੇ ਸ਼ਬਦ ਜੀ? ਇਹ ਭਵਨ ਨਿਰਮਾਣ ਤੇ ਮੂਰਤੀ ਕਲਾ ਲਈ। ਵੇਸ਼ਾਰੀ ਜਿਹੜਾ ਇਟਾਲੀਅਨ ਲਿਖਾਰੀ ਸੀਗਾ, ਇਟਲੀ ਦੇ ਰਹਿਣ ਵਾਲਾ ਸੀ, ਉਸਨੇ ਰੇਨੇਸਾਂਤਾ ਸ਼ਬਦ ਸੀ ਜਿਹੜਾ 16ਵੀਂ ਸਦੀ 'ਚ ਵਰਤਿਆ ਸੀ ਭਵਨ ਨਿਰਮਾਣ ਤੇ ਮੂਰਤੀਆਂ ਕਲਾ ਦੇ ਲਈ। ਇਸ ਨੂੰ ਧਿਆਨ ਨਾਲ ਨੋਟ ਕਰ ਲੈਣਾ ਪਲੀਜ਼। 18ਵੀਂ ਸਦੀ, ਉਸ ਤੋਂ ਬਾਅਦ 16ਵੀਂ ਤੋਂ ਬਾਅਦ 18ਵੀਂ ਸਦੀ ਵਿੱਚ ਜਿਹੜਾ ਸ਼ਬਦ ਹੈ ਉਹ ਵਰਤਿਆ ਸੀ ਜੀ, ਰੇਨੇਸਾਂ ਸ਼ਬਦ ਵਰਤਿਆ ਸੀ ਫਰਾਂਸੀਸੀ ਫਿਲਾਸਫਰ ਸੀ ਦਿਦਰੋ ਬਾਰੇ ਤੁਸੀਂ ਬਹੁਤ ਸੁਣਿਆ ਹੀ ਹੋਣਾ। ਉਸਨੇ ਆਪਣੇ ਇਨਸਾਈਕਲੋਪੀਡੀਆ ਸੀਗਾ ਜਿਹੜਾ ਦਿਦਰੋ ਦਾ, ਉਸ ਦੇ ਵਿੱਚ ਰੇਨੇਸਾਂ ਸ਼ਬਦ ਵਰਤਿਆ ਸੀ, ਜੋ ਕਿ ਇੱਕ ਫਰਾਂਸੀਸੀ ਫਿਲਾਸਫਰ ਸੀ। ਨਵੀਨ ਸਾਹਿਤ ਤੇ ਕਲਾ ਦੇ ਵਿਕਾਸ ਲਈ ਵਰਤਿਆ ਸੀ। ਜੋ ਕੁਝ ਉਸਨੇ ਉਸ ਸਮੇਂ ਦੇਖਿਆ ਵੀ ਕੀ ਚੇਂਜਸ ਹੋ ਰਹੀਆਂ ਨੇ, ਤਾਂ ਉਸ ਨੂੰ ਦੇਖ ਕੇ ਹੀ ਉਸਨੇ ਨਵੀਨ ਸਾਹਿਤ ਤੇ ਕਲਾ ਦੇ ਵਿਕਾਸ ਨਾਲ ਸੰਬੰਧਿਤ ਜਿਹੜਾ ਸ਼ਬਦ ਲਿਖਿਆ ਸੀ, ਉਸ ਲਈ ਰੇਨੇਸਾਂ ਸ਼ਬਦ ਵਰਤਿਆ ਸੀ ਦਿਦਰੋ ਨੇ ਇਨਸਾਈਕਲੋਪੀਡੀਆ ਦੇ ਵਿੱਚ। ਹਾਂਜੀ, ਆਪਾਂ ਇੱਕ ਪਰਿਭਾਸ਼ਾ ਕਰਦੇ ਹਾਂ ਪੁਨਰ ਜਾਗਰਣ ਦੇ ਨਾਲ, ਜੋ ਕਿ ਬਹੁਤ ਹੀ ਅਹਿਮ ਹੈ। H.A. ਡੇਵਿਸ, ਜੋ ਕਿ ਇੱਕ ਪ੍ਰਸਿੱਧ ਇਤਿਹਾਸਕਾਰ ਨੇ, ਉਹਨਾਂ ਨੇ ਕੀ ਕਿਹਾ ਕਿ ਪੁਨਰ ਜਾਗਰਣ ਤੋਂ ਭਾਵ ਮਨੁੱਖ ਦੇ ਸਾਹਸੀ ਅਤੇ ਸੁਤੰਤਰਤਾ ਪ੍ਰੇਮੀ ਵਿਚਾਰਾਂ ਦਾ ਜਨਮ ਹੈ, ਜੋ ਮੱਧਕਾਲ ਵਿੱਚ ਧਾਰਮਿਕ ਸ਼ਕਤੀ ਦੀ ਕੈਦ ਦੀਆਂ ਜੰਜੀਰਾਂ ਵਿੱਚ ਜਕੜੇ ਹੋਏ ਸਨ।
ਹੁਣ ਦੇਖੋ ਇਸ ਪਰਿਭਾਸ਼ਾ ਤੋਂ ਹੀ ਜਿਹੜਾ ਸਪਸ਼ਟ ਹੋ ਜਾਂਦਾ ਕਿ ਪੁਨਰ ਜਾਗਰਣ ਹੈ ਕੀ ਸੀ। ਮਨੁੱਖ ਦੇ ਸਾਹਸੀ ਤੇ ਸੁਤੰਤਰਤਾ ਜਿਹੜੇ ਪ੍ਰੇਮੀ ਵਿਚਾਰਾਂ ਦਾ ਜਨਮ ਸੀ, ਭਾਵ ਕਿ ਉਹ ਸੁਤੰਤਰ ਤੇ ਆਪਣੀ ਨਿਡਰਤਾ ਦੇ ਨਾਲ ਆਪਣੀ ਗੱਲ ਕਹਿਣ ਦੇ ਯੋਗ ਹੋ ਗਿਆ ਮਨੁੱਖ, ਜੋ ਮੱਧਕਾਲ ਦੇ ਵਿੱਚ ਸਿਰਫ ਧਾਰਮਿਕ ਸ਼ਕਤੀ ਦੀ ਕੈਦ ਦੇ ਵਿੱਚ ਜਕੜਿਆ ਹੋਇਆ ਸੀ। ਭਾਵ ਕਿ ਉਸ ਸਮੇਂ ਯੂਰਪੀਅਨ ਕੰਟਰੀ ਦੇ ਵਿੱਚ ਸਿਰਫ ਔਰ ਸਿਰਫ ਈਸਾਈ ਮਤ ਦਾ ਹੀ ਪ੍ਰਚਾਰ ਕੀਤਾ ਜਾਂਦਾ ਸੀ ਤੇ ਚਰਚ ਦੇ ਅਧੀਨ ਹੀ ਸਾਰਾ ਕੁਝ ਚੱਲ ਰਿਹਾ ਸੀ। ਲੋਕਾਂ ਦੀ ਜਿਹੜੀ ਸੁਤੰਤਰਤਾ ਸੀ ਬਿਲਕੁਲ ਹੀ ਖਤਮ ਹੋ ਚੁੱਕੀ ਸੀ ਤੇ ਜਿਹੜੇ ਰਾਜੇ ਮਹਾਰਾਜੇ ਸੀ ਉਸ ਸਮੇਂ ਦੇ, ਉਹ ਲੋਕਾਂ ਉੱਪਰ ਅਤਿਆਚਾਰ ਕਰਨ ਲੱਗ ਗਏ ਸੀ, ਜਿਸ ਕਾਰਨ ਜਿਹੜਾ ਪੁਨਰ ਜਾਗਰਤੀ ਜਿਹੜੀ ਲੋਕਾਂ ਵਿੱਚ ਆਈ। ਸੱਭਿਆਚਾਰਕ ਅਤੇ ਬੌਧਿਕ ਪਰਿਵਰਤਨਾਂ ਦਾ ਸਮੂਹਿਕ ਜਿਹੜਾ ਸੰਕੇਤ ਹੈ। ਸੱਭਿਆਚਾਰਕ ਤੇ ਬੌਧਿਕ ਪਰਿਵਰਤਨਾਂ ਦਾ ਜਿਹੜਾ ਆਪਾਂ ਕਹਿ ਦਈਏ ਸਮੂਹਿਕ ਸੰਕੇਤ ਆ, ਉਹ 14ਵੀਂ ਸਦੀ ਤੋਂ ਆਰੰਭ ਹੋ ਕੇ 17ਵੀਂ ਸਦੀ ਤੱਕ ਸਾਰੇ ਯੂਰਪ ਵਿੱਚ ਵੇਖਿਆ ਗਿਆ ਸੀ। ਮੱਧਕਾਲ ਦੀਆਂ ਵਿਸ਼ੇਸ਼ਤਾਵਾਂ ਮਿਟਦੀਆਂ ਗਈਆਂ, ਜਿਹੜੀਆਂ ਆਧੁਨਿਕ ਕਾਲ ਨਾਲ ਸੰਬੰਧਿਤ ਚੀਜ਼ਾਂ ਸੀਗੀਆਂ, ਆਧੁਨਿਕਤਾ ਦੇ ਨਾਲ ਸੰਬੰਧਿਤ, ਉਹ ਦਿਖਾਈ ਦੇਣ ਲੱਗ ਗਈਆਂ। ਲੋਕਾਂ ਦਾ ਜਿਹੜਾ ਦ੍ਰਿਸ਼ਟੀਕੋਣ ਸੀਗਾ ਉਹ ਵਿਸ਼ਾਲ ਹੋ ਗਿਆ, ਜਿਸ ਦੇ ਵਿੱਚ ਉਹ ਤਰਕ ਦੇ ਆਧਾਰ ਤੇ ਗੱਲ ਕਰਨ ਲੱਗੇ, ਤਰਕਸ਼ੀਲ ਹੋ ਗਏ, ਵਿਗਿਆਨਿਕ ਉਹਨਾਂ ਦੀ ਸੋਚ ਹੋ ਗਈ, ਭੌਤਿਕਵਾਦੀ ਹੋ ਗਏ ਲੋਕ, ਪਦਾਰਥਵਾਦੀ ਹੋ ਗਏ, ਭਾਵ ਕਿ ਚੀਜ਼ਾਂ ਬਣਾਉਣ ਦੇ ਜਿਹੜੇ ਆਪਾਂ ਘੁੰਮਣ ਘੇਰੀ ਦੇ ਵਿੱਚ ਚੱਲਣ ਲੱਗ ਪਏ, ਜੋ ਕਿ ਅੱਜ ਵੀ ਆਪਾਂ ਦੇਖਦੇ ਹਾਂ ਕਿ ਆਪਣੇ ਸਮਾਜ ਵਿੱਚ ਭੌਤਿਕਵਾਦਤਾ ਜਿਹੜੀ ਮੌਜੂਦ ਹੈ। ਨੈਕਸਟ ਜੀ, ਉਹ ਉਹਨਾਂ ਦੇ ਵਿੱਚ ਮਾਨਵਤਾਵਾਦ ਦਾ ਵੀ ਬੋਲਬਾਲਾ ਜਿਹੜਾ ਹੋ ਗਿਆ, ਭਾਵ ਕਿ ਮਨੁੱਖਤਾ ਦੀ ਭਲਾਈ ਦੇ ਲਈ ਕਾਰਜ ਕਰਨੇ ਜਿਹੜੇ ਲੋਕਾਂ ਨੇ ਸ਼ੁਰੂ ਕਰ ਦਿੱਤੇ। ਵਰਤਮਾਨ ਜੀਵਨ ਨੂੰ ਸੁਖੀ ਬਣਾਉਣ ਅਤੇ ਸਮਾਜ ਦੀ ਭਲਾਈ ਤੇ ਜ਼ੋਰ ਦੇਣਾ ਸ਼ੁਰੂ ਕੀਤਾ, ਭਾਵ ਕਿ ਉਹ ਪ੍ਰੈਜ਼ੈਂਟ ਦੇ ਬਾਰੇ ਜਿਹੜਾ ਉਹਨਾਂ ਨੇ ਸੋਚਣਾ ਸ਼ੁਰੂ ਕਰਤਾ ਲੋਕਾਂ ਨੇ ਪੁਨਰ ਜਾਗਰਣ ਦੇ ਕਾਰਨ, ਤੇ ਜਿਹੜੇ ਸਮਾਜ ਦੀ ਭਲਾਈ ਆ ਉਸ ਦੇ ਉੱਤੇ ਜ਼ੋਰ ਦਿੱਤਾ। ਹੁਣ ਆਪਾਂ ਜੇਕਰ ਗੱਲ ਕਰੀਏ ਕੁਝ ਮਹੱਤਵਪੂਰਨ ਵਿਦਵਾਨ, ਸੰਗੀਤਕਾਰ ਆਪਾਂ ਕਰਕੇ ਜੋ ਵੀ ਹੋਏ ਨੇ, ਜਿਨ੍ਹਾਂ ਨੇ ਧਰਮ ਸੁਧਾਰ ਅੰਦੋਲਨ ਜਾਂ ਆਪਾਂ ਕਹੀਏ ਪੁਨਰ ਜਾਗਰਣ ਦੇ ਵਿੱਚ ਯੋਗਦਾਨ ਪਾਇਆ। ਸਿਰਫ ਅੱਜ ਆਪਾਂ ਪੁਨਰ ਜਾਗਰਣ ਦੀ ਹੀ ਗੱਲ ਕਰ ਰਹੇ ਹਾਂ, ਕਨਫਿਊਜ਼ ਨਾ ਹੋਣਾ ਧਰਮ ਸੁਧਾਰ ਅੰਦੋਲਨ ਦੀ ਨਹੀਂ, ਕਿਉਂਕਿ ਨੀਂਹ ਤਾਂ ਇੱਥੋਂ ਹੀ ਰੱਖੀ ਗਈ ਸੀ। ਇਟਾਲੀਅਨ, ਜਰਮਨ, ਅੰਗਰੇਜ਼, ਫਰਾਂਸੀਸੀ, ਡੱਚ ਅਤੇ ਪੁਰਤਗਾਲੀ ਜਿਹੜੇ ਵਿਦਵਾਨ ਸੀ, ਕਵੀ, ਕਲਾਕਾਰ, ਵਿਗਿਆਨਿਕ, ਮੂਰਤੀਕਾਰ, ਚਿੱਤਰਕਾਰ, ਸੰਗੀਤਕਾਰ, ਦਾਰਸ਼ਨਿਕ, ਸਭ ਨੇ ਆਪਣੀਆਂ ਕਲਾਕ੍ਰਿਤਾਂ ਅਤੇ ਰਚਨਾਵਾਂ ਦੇ ਵਿੱਚ ਉਦਾਰ, ਤਰਕਸ਼ੀਲ ਅਤੇ ਮਾਨਵਤਾਵਾਦੀ ਵਿਚਾਰਾਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦਾ ਨਤੀਜਾ ਕੀ ਨਿਕਲਿਆ ਕਿ ਲੋਕਾਂ ਦੇ ਵਿੱਚ ਜਾਗਰਤੀ ਆਈ। ਲੋਕਾਂ ਦੇ ਵਿੱਚ ਆਪਣੀ ਵਿਗਿਆਨਿਕ ਸੋਚ ਆ, ਤਰਕ ਆ, ਉਹਦਾ ਉਥਾਨ ਹੋਇਆ, ਉਹਦਾ ਉਭਾਰ ਹੋਇਆ। ਲੋਕਾਂ ਦਾ ਜਿਹੜਾ ਸਾਹਸ ਆ ਉਹ ਵਧਣਾ ਸ਼ੁਰੂ ਹੋ ਗਿਆ ਜਦੋਂ ਜਿਹੜੀਆਂ ਕਲਾਕ੍ਰਿਤਾਂ ਰਾਹੀਂ ਜਾਂ ਆਪਾਂ ਕਹੀਏ ਰਚਨਾਵਾਂ, ਸਾਹਿਤ, ਸਭ ਦੇ ਥਰੂ ਜਿਹੜਾ ਲੋਕਾਂ ਨੂੰ ਜਾਗਰਿਤ ਕੀਤਾ ਗਿਆ, ਤਾਂ ਲੋਕਾਂ ਦੇ ਸਾਹਸ ਆ, ਜਿਹੜਾ ਹੌਸਲਾ ਗਾ ਉਹ ਵੱਧ ਗਿਆ। ਪ੍ਰਚਲਿਤ ਵਿਚਾਰਾਂ, ਸੰਸਥਾਵਾਂ ਨੂੰ ਉਹਨਾਂ ਨੇ ਵਿਗਾੜਨਾ ਸ਼ੁਰੂ ਕੀਤਾ। ਸਮਤਵਾਦ ਦਾ ਜਿਹੜਾ ਪ੍ਰਭਾਵ ਆ ਉਹ ਘਟ ਕੇ ਬਿਲਕੁਲ ਖਤਮ ਹੋਣ ਲੱਗਾ, ਕਿਉਂਕਿ ਜਿਹੜੇ ਸਮਤ ਸੀਗੇ ਉਹਨਾਂ ਦੇ ਅਧੀਨ ਹੀ ਸ਼ਾਸਕ ਹੁੰਦੇ ਸੀਗੇ। ਸ਼ਾਸਕਾਂ ਤਾਂ ਜਿਹੜੇ ਮੱਧ ਸ਼੍ਰੇਣੀ ਦੇ ਲੋਕ ਸੀਗੇ। ਸਮਤਵਾਦ ਦਾ ਅੰਤ ਕਿਵੇਂ ਹੋਇਆ ਸੀ, ਪਹਿਲਾਂ ਆਪਾਂ ਨੂੰ ਇਹ ਜਾਣਨਾ ਜ਼ਰੂਰੀ ਆ। ਜਦੋਂ ਮੱਧਕਾਲ ਦੇ ਜਿਹੜੇ ਲੋਕ ਆ ਉਹ ਆਪਣੇ ਪੈਰਾਂ ਸਿਰ ਖੜੇ ਹੋਣੇ ਸ਼ੁਰੂ ਹੋ ਗਏ, ਤਾਂ ਉਹਨਾਂ ਨੇ ਦੂਸਰੇ ਦੇਸ਼ਾਂ ਦੇ ਨਾਲ ਆਪਣਾ ਵਪਾਰ ਕਰਨਾ ਸ਼ੁਰੂ ਕੀਤਾ। ਮੱਧ ਸ਼੍ਰੇਣੀ ਨੂੰ ਤਾਂ ਉਹ ਆਪਣੇ ਜਿਹੜੇ ਸਮਰਾਟ ਸੀ ਉਹਨਾਂ ਨੂੰ ਆਪਦਾ ਜੋ ਵੀ ਕਰ ਵਗੈਰਾ ਦੇਣ ਦੇ ਯੋਗ ਹੋ ਗਏ, ਤੇ ਜਿਹੜੇ ਸਮਤ ਸੀਗੇ ਉਹ ਕੰਗਾਲ ਹੋਣੇ ਸ਼ੁਰੂ ਹੋ ਗਏ, ਤੇ ਉਹਨਾਂ ਨੇ ਜਿਹੜਾ ਆਪਣੀਆਂ ਜ਼ਮੀਨਾਂ ਵਗੈਰਾ ਵੇਚਣੀਆਂ ਸ਼ੁਰੂ ਕਰ ਦਿੱਤੀਆਂ, ਤੇ ਹੌਲੀ ਹੌਲੀ ਜਿਹੜੇ ਸਮਤਾਂ ਦਾ ਪ੍ਰਭਾਵ ਘਟਦਾ ਬਿਲਕੁਲ ਹੀ ਖਤਮ ਹੋ ਗਿਆ ਯੂਰਪੀ ਦੇਸ਼ਾਂ ਦੇ ਵਿੱਚੋਂ, ਤੇ ਇਹਦੇ ਨਾਲ ਸੰਘ ਪ੍ਰਥਾ ਸੀ ਜਿਹੜੀ ਟੁੱਟਣ ਲੱਗੀ। ਚਰਚ ਅਤੇ ਪਾਦਰੀਆਂ ਦੀ ਪਵਿੱਤਰਤਾ ਵਿੱਚ ਲੋਕਾਂ ਦੀ ਸਰਧਾ ਵੀ ਹੈ ਜਿਹੜੀ ਉਹ ਅਲੋਪ ਹੋਣ ਲੱਗੀ, ਕਿਉਂਕਿ ਹੁਣ ਉਹ ਤਰਕ ਦੇ ਆਧਾਰ ਤੇ ਵਿਗਿਆਨਿਕ ਸੋਚ ਰੱਖਣ ਵਾਲੇ ਲੋਕ ਸੀਗੇ, ਤੇ ਜਿਸ ਦੇ ਨਾਲ ਚਰਚ ਦੇ ਤੇ ਪਾਦਰੀਆਂ ਦੀ ਜਿਹੜੀ ਪਵਿੱਤਰਤਾ ਸੀਗੀ ਉਹ ਲੋਕਾਂ ਦੇ ਵਿੱਚੋਂ ਅਲੋਪ ਹੁੰਦੀ ਰਹੀ, ਕਿਉਂਕਿ ਉਹ ਅੰਧ ਵਿਸ਼ਵਾਸੀ ਸੀਗੇ ਤੇ ਲੋਕਾਂ ਦੇ ਵਿੱਚ ਅੰਧ ਵਿਸ਼ਵਾਸ ਫੈਲਾ ਰਹੇ ਸੀ। ਤੇ ਪੁਨਰ ਜਾਗਰਣ ਦੇ ਕਾਰਨ ਹੀ ਲੋਕਾਂ ਦੇ ਵਿੱਚ ਜਾਗਰਤੀ ਆਈ, ਗਿਆਨ ਦੇ ਵਿੱਚ ਵਾਧਾ ਹੋਇਆ। ਇਸ ਤੋਂ ਇਲਾਵਾ ਪੁਨਰ ਜਾਗਰਣ ਕਾਲ ਦੇ ਵਿੱਚ ਭੂਗੋਲਿਕ ਖੋਜਾਂ, ਵਿਗਿਆਨਿਕ ਖੋਜਾਂ ਹੋਈਆਂ, ਜਿਸ ਦੇ ਨਾਲ ਲੋਕਾਂ ਵਿੱਚ ਜਾਗਰਤੀ ਆਈ। ਹੁਣ ਆਪਾਂ ਬਹੁਤ ਹੀ ਅਹਿਮ ਕੁਐਸਚਨ ਕਰਨ ਜਾ ਰਹੇ ਹਾਂ, ਤਾਂ ਪਲੀਜ਼ ਹੁਣ ਪੂਰਾ ਕਨਸੈਂਟਰੇਟ ਕਰ ਲੈਣਾ ਆਪਣਾ ਵੀਡੀਓ 'ਤੇ, ਕਿਉਂਕਿ ਇਸ ਦੇ ਵਿੱਚ ਹੀ ਸਾਰੇ ਜਿਹੜੇ ਰਾਈਟਰ ਵਗੈਰਾ ਹੋਏ ਨੇ ਉਹਨਾਂ ਦੀਆਂ ਪੁਸਤਕਾਂ
ਜੋ ਵੀ ਬੁੱਕਸ ਨੇ ਉਹਨਾਂ ਨੇ ਲਿਖੀਆਂ, ਉਹਨਾਂ ਦੀ ਰਚਨਾਵਾਂ ਸੀਗੀਆਂ, ਸਭ ਕੁਛ ਉਹਨਾਂ ਦੇ ਬਾਰੇ ਦੱਸਿਆ ਜਾਵੇਗਾ ਹੁਣ। ਸੋ ਧਿਆਨ ਨਾਲ ਕਰਨਾ ਜੀ ਵੀਡੀਓ ਨੂੰ ਅੱਗੇ ਤੋਂ। ਪੁਨਰ ਜਾਗਰਣ ਦਾ ਜਿਹੜਾ ਆਰੰਭ ਆ ਸਭ ਤੋਂ ਪਹਿਲਾਂ ਹੋਇਆ ਜੀ ਇਟਲੀ ਦੇ ਵਿੱਚ। ਰੱਟ ਲਓ ਜੀ ਇਸ ਨੂੰ ਕਿ ਸਭ ਤੋਂ ਪਹਿਲਾਂ ਪੁਨਰ ਜਾਗਰਣ ਦਾ ਆਰੰਭ ਕਿਹੜੀ ਕੰਟਰੀ ਦੇ ਵਿੱਚ ਹੁੰਦਾ ਜੀ? ਇਟਲੀ ਦੇ ਵਿੱਚ। ਫਿਰ ਉਸ ਤੋਂ ਬਾਅਦ ਫਰਾਂਸ, ਜਰਮਨੀ, ਇੰਗਲੈਂਡ ਤੇ ਦੂਜੇ ਯੂਰਪੀ ਦੇਸ਼ਾਂ ਵਿੱਚ ਵੀ ਇਸ ਦਾ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ। ਪੁਨਰ ਜਾਗਰਣ ਨੂੰ ਮੱਧਕਾਲ ਅਤੇ ਆਧੁਨਿਕ ਕਾਲ ਦੇ ਵਿਚਕਾਰ ਪੁਲ ਸਮਾਨ ਸਮਝਿਆ ਜਾਂਦਾ ਹੈ। ਆਧੁਨਿਕ ਕਾਲ ਤੇ ਮੱਧਕਾਲੀਨ ਦੇ ਵਿਚਕਾਰਲਾ ਜਿਹੜਾ ਸਮਾਂ ਉਹਦੇ ਪੁਲ ਦਾ ਉਹ ਕਿਸ ਨੂੰ ਮੰਨਿਆ ਜਾਂਦਾ ਜੀ? ਪੁਨਰ ਜਾਗਰਣ ਨੂੰ। ਪੁਨਰ ਜਾਗਰਣ ਦੇ ਉਭਾਰ ਦੇ ਕੀ ਕਾਰਨ ਸੀਗੇ? ਕਿਉਂ ਇਹ ਪੈਦਾ ਹੋਇਆ ਸੀ? ਕੀ ਰੀਜ਼ਨ ਸੀ ਤੇ ਕਿਉਂ ਇਹ ਇੰਨਾ ਪ੍ਰਫੁੱਲਤ ਹੋਇਆ ਕਿ ਜਿਹੜੇ ਯੂਰਪੀਅਨ ਕੰਟਰੀ ਹੈ ਉਹਨਾਂ ਦੇ ਵਿੱਚ ਆਧੁਨਿਕਤਾ ਆ ਗਈ? ਮੱਧਕਾਲ ਤੋਂ ਸਿੱਧੇ ਆਧੁਨਿਕਤਾ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਪ੍ਰਵੇਸ਼ ਕਰ ਲਿਆ? ਜਿਵੇਂ ਕਿ ਆਪਾਂ ਜਾਣਦੇ ਹੀ ਹਾਂ ਕਿ ਕੋਈ ਵੀ ਕ੍ਰਾਂਤੀ ਆ ਜਾਂ ਕੋਈ ਵੀ ਅੰਦੋਲਨ ਆ ਉਹ ਇੱਕੋ ਦਮ ਸਟਾਰਟ ਨਹੀਂ ਹੁੰਦਾ। ਉਹਦੇ ਜਿਹੜੇ ਬੀਜ ਹੁੰਦੇ ਆ ਕਿਤੇ ਨਾ ਕਿਤੇ ਸਾਡੇ ਇਤਿਹਾਸ ਦੇ ਵਿੱਚ ਜ਼ਰੂਰ ਪਏ ਹੁੰਦੇ ਆ। ਤਾਂ ਇਸ ਦੀ ਵੀ ਜਿਹੜੀ ਸ਼ੁਰੂਆਤ ਆ ਪੁਨਰ ਜਾਗਰਣ ਦੀ, ਆਪਾਂ ਡਾਇਰੈਕਟਲੀ ਨਹੀਂ ਕਹਿ ਸਕਦੇ ਕਿ 14ਵੀਂ ਸਦੀ ਤੋਂ 17ਵੀਂ ਸਦੀ ਦੇ ਵਿੱਚ ਇੱਕੋ ਦਮ ਹੀ 14ਵੀਂ ਸਦੀ 'ਚ ਉਹਨਾਂ ਨੂੰ ਗਿਆਨ ਮਤਲਬ ਲੋਕਾਂ ਦਾ ਵਧਣਾ ਸ਼ੁਰੂ ਹੋ ਗਿਆ ਜਾਂ ਉਹਨਾਂ ਨੂੰ ਵਿਗਿਆਨਿਕ ਸੋਚ ਇੱਕੋ ਦਮ ਹੋ ਗਈ। ਨਹੀਂ, ਉਹਨਾਂ ਨੂੰ ਪਹਿਲਾਂ ਇਹਦੇ ਜਿਹੜੇ ਬੀਜ ਸੀਗੇ ਉਹ 9ਵੀਂ ਸਦੀ ਤੋਂ ਹੀ ਸਟਾਰਟ ਹੋ ਗਏ ਸੀ ਬੀਜਣੇ। 9ਵੀਂ ਸਦੀ 'ਚ ਕੋਰੋਲਿੰਗੀਅਨ ਪੁਨਰ ਜਾਗਰਣ ਸ਼ੁਰੂ ਹੋਇਆ ਜਦੋਂ ਲਾਤੀਨੀ ਭਾਸ਼ਾ ਦਾ ਸਮੁੱਚਾ ਅਧਿਐਨ ਸ਼ੁਰੂ ਹੋਇਆ ਸੀ ਉਸ ਸਮੇਂ, ਜੋ ਕਿ ਲੋਕਾਂ ਨੂੰ ਜਾਗਰਿਤ ਕਰਨ ਦੇ ਨਾਲ ਹੀ ਸੰਬੰਧਿਤ ਸੀ। ਕੋਰੋਲਿੰਗੀਅਨ ਪੁਨਰ ਜਾਗਰਣ 9ਵੀਂ ਸਦੀ 'ਚ ਹੋਇਆ ਸੀ। ਉਸ ਤੋਂ ਬਾਅਦ ਜਿਹੜਾ ਉਹ ਸੀਗਾ ਲਾਤੀਨੀ ਭਾਸ਼ਾ ਦੇ ਅਧਿਐਨ ਨਾਲ ਸੰਬੰਧਿਤ। ਤੇ 12ਵੀਂ ਸਦੀ 'ਚ ਮਾਨਵਤਾਵਾਦੀ ਵਿਚਾਰਾਂ ਦਾ ਵਿਕਾਸ ਹੋਇਆ ਪੈਰਿਸ ਤੇ, ਜਿਸ ਦੇ ਸਦਕਾ ਪੈਰਿਸ ਤੇ ਜਿਹੜੀਆਂ ਐਕਸਫੋਰਡ ਯੂਨੀਵਰਸਿਟੀ ਉਹਨਾਂ ਦੀ ਸਥਾਪਨਾ ਹੋਈ। ਸੋ ਇਸ ਤੋਂ ਬਾਅਦ ਹੀ ਜਿਹੜਾ ਆਪਾਂ ਕਹੀਏ ਇਹਨਾਂ ਨੂੰ ਆਧਾਰ ਬਣਾ ਕੇ ਹੀ ਜੋ 14ਵੀਂ ਤੋਂ 17ਵੀਂ ਸਦੀ ਤੱਕ ਆਪਾਂ ਮੰਨ ਲਈਏ ਪੁਨਰ ਜਾਗਰਣ ਜਿਹੜਾ ਸ਼ੁਰੂ ਹੁੰਦਾ। ਸਾਮੰਤਵਾਦ ਦਾ ਪਤਨ, ਪਹਿਲਾ ਰੀਜ਼ਨ ਕੀ ਸੀਗਾ? ਸਭ ਤੋਂ ਸੋਲਿਡ ਰੀਜ਼ਨ ਸੀ ਕਿ ਸਾਮੰਤਵਾਦ ਦਾ ਪਤਨ ਹੋ ਗਿਆ। ਧਰਮ ਯੁੱਧਾਂ ਦਾ ਆਪਾਂ ਆਲਰੇਡੀ ਸਾਮੰਤਵਾਦ ਬਾਰੇ ਕਰ ਚੁੱਕੇ ਹਾਂ, ਆਪਾਂ ਇਹਦੇ ਬਾਰੇ ਡਿਸਕਸ ਨਹੀਂ ਕਰਾਂਗੇ। ਧਰਮ ਯੁੱਧਾਂ ਦਾ ਪ੍ਰਭਾਵ 11ਵੀਂ ਤੋਂ 14ਵੀਂ ਸਦੀ ਤੱਕ ਈਸਾਈ ਅਤੇ ਮੱਧ ਏਸ਼ੀਆ ਦੇ ਤੁਰਕਾਂ ਵਿੱਚ ਧਰਮ ਯੋਧਾ ਜਿਹੜੇ ਹੋਏ, ਜਿਹੜੇ ਈਸਾਈ ਸੀ ਈਸਾਈ ਧਰਮ ਦਾ ਸਥਾਨ ਸੀ ਜਰੂਸਲਮ ਸਥਾਨ ਦੇ ਲਈ ਹੋਏ ਸੀਗੇ ਜਿਹੜੇ ਯੁੱਧ ਹੋਏ ਸੀਗੇ ਈਸਾਈ ਅਤੇ ਮੱਧ ਏਸ਼ੀਆ ਦੇ ਤੁਰਕਾਂ ਦੇ ਵਿੱਚ। ਕਿਉਂ ਹੋਏ ਸੀ? 11ਵੀਂ ਤੋਂ 14ਵੀਂ ਸਦੀ ਤੱਕ ਜਰੂਸਲਮ ਸਥਾਨ ਸੀਗਾ ਜੋ ਈਸਾਈਆਂ ਦਾ ਧਾਰਮਿਕ ਸਥਾਨ, ਉਹਦੇ ਲਈ ਹੋਏ ਸੀ। ਤਾਂ ਇਸ ਤੋਂ ਬਾਅਦ ਉਹਨਾਂ ਦਾ ਜਿਹੜਾ ਸੰਪਰਕ ਆ ਉਹ ਕਿਹਨਾਂ ਨਾਲ ਹੋ ਗਿਆ? ਪੂਰਬੀ ਸੱਭਿਅਤਾ ਦੇ ਨਾਲ ਮੇਲ ਹੋਇਆ। ਕਾਹਿਰਾ ਗਏ ਜਿਹੜੇ ਪੱਛਮੀ ਵਿਦਵਾਨ ਸੀਗੇ ਤੇ ਉੱਥੇ ਉਹ ਪੂਰਬੀ ਜਿਹੜੇ ਵਿਦਵਾਨਾਂ ਨੂੰ ਮਿਲੇ ਜਿਨ੍ਹਾਂ ਦਾ ਇਤਿਹਾਸ ਬਹੁਤ ਹੀ ਪੁਰਾਣਾ ਸੀ। ਤਾਂ ਜਿਨ੍ਹਾਂ ਦੇ ਨਾਲ ਮੇਲ ਨਾਲ ਕੀ ਹੋਇਆ? ਉਹਨਾਂ ਦੇ ਵਿੱਚ ਜਾਗਰਤੀ ਆਈ। ਪੂਰਬੀ ਜਿਹੜੇ ਲੋਕ ਸੀਗੇ, ਪੂਰਬੀ ਵਿਦਵਾਨ ਸੀ, ਜਦੋਂ ਉਹ ਪੱਛਮੀ ਵਿਦਵਾਨਾਂ ਨੂੰ ਮਿਲੇ, ਠੀਕ ਹੈ ਨਾ, ਉਹਦੇ ਨਾਲ ਕੀ ਹੋਇਆ ਕਿ ਉਹ ਲੋਕ ਜਿਹੜੇ ਪੱਛਮ ਵਾਲੇ ਸੀਗੇ ਵਿਦਵਾਨ, ਉਹਨਾਂ ਦੇ ਵਿੱਚ ਜਾਗਰਤੀ ਆਉਣੀ ਸ਼ੁਰੂ ਹੋ ਗਈ ਤੇ ਉਹਨਾਂ ਨੇ ਕਾਹਦੇ ਬਾਰੇ ਲਿਖਣਾ ਸ਼ੁਰੂ ਕਰਤਾ? ਜਿਹੜਾ ਕਿ ਵਿਗਿਆਨਿਕ ਸੋਚ ਦੇ ਬਾਰੇ, ਤਰਕ ਦੇ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ। ਧਰਮ ਯੁੱਧਾਂ ਦੇ ਪ੍ਰਭਾਵ ਦੇ ਕਾਰਨ ਇਹ ਜਿਹੜਾ ਉਹਨਾਂ ਦਾ ਮੇਲ ਆ ਉਹ ਕਿਹਨਾਂ ਦੇ ਨਾਲ ਹੁੰਦਾ? ਪੂਰਬੀ ਵਿਦਵਾਨਾਂ ਦੇ ਨਾਲ। ਚਰਚ ਦੇ ਪ੍ਰਭਾਵ ਦੇ ਵਿੱਚ ਕਮੀ ਆਉਣੀ ਸ਼ੁਰੂ ਹੋ ਗਈ। 1296 'ਚ ਫਰਾਂਸ ਦੇ ਫਿਲਿਪ ਚੌਥੇ ਨੇ ਕੀ ਕੀਤਾ? ਜਿਹੜਾ ਪੋਪ ਨੂੰ ਸੀ ਜੇਲ੍ਹ ਕਰ ਦਿੱਤੀ। 1296 'ਚ ਫਰਾਂਸ ਦੇ ਫਿਲਿਪ ਚੌਥੇ ਨੇ ਪੋਪ ਨੂੰ ਜੇਲ੍ਹ ਕਰ ਦਿੱਤੀ, ਜਿਸ ਦੇ ਕਾਰਨ ਚਰਚ ਦਾ ਜਿਹੜਾ ਪ੍ਰਭਾਵ ਆ ਉਹ ਘਟਣਾ ਸ਼ੁਰੂ ਹੋ ਗਿਆ 13ਵੀਂ 14ਵੀਂ ਸਦੀ ਦੇ ਵਿੱਚ ਹੀ। ਇਹ ਵੀ ਇੱਕ ਉਹਨਾਂ ਦਾ ਕਾਰਨ ਸੀ ਪੁਨਰ ਜਾਗਰਣ ਦਾ, ਕਿਉਂਕਿ ਜਿਹੜੇ ਲੋਕ ਸੀਗੇ ਉਹ ਚਰਚ ਤੋਂ ਬਹੁਤ ਆਪਾਂ ਕਹਿ ਦਈਏ ਅਧੀਨ ਸੀਗੇ ਤੇ ਡਰਦੇ ਸੀਗੇ, ਅੰਧ ਵਿਸ਼ਵਾਸੀ ਹੋ ਚੁੱਕੇ ਸੀ। ਜਿਸ ਕਾਰਨ ਜਦੋਂ ਫਰਾਂਸ ਦੇ ਫਿਲਿਪ ਚੌਥੇ ਨੇ 1296 ਦੇ ਵਿੱਚ ਪੋਪ ਨੂੰ ਜੇਲ੍ਹ ਵਿੱਚ ਕਰ ਦਿੱਤਾ ਤਾਂ ਚਰਚ ਦਾ ਜਿਹੜਾ ਪ੍ਰਭਾਵ ਆ ਉਹ ਘਟਣਾ ਸ਼ੁਰੂ ਹੋ ਗਿਆ ਤੇ ਲੋਕਾਂ ਦੇ ਵਿੱਚ ਜਾਗਰਤੀ ਆਰੰਭ ਹੋ ਗਈ। ਵਪਾਰਕ ਪੂੰਜੀਪਤੀਆਂ ਦੀ ਸ਼੍ਰੇਣੀ ਦਾ ਆਭਾਰ ਹੋਇਆ।
ठीक है, जिस दे कारण एक जगह तो दूसरी जगह लोग जान लगे ते आपसी संपर्क के कारण उन्हां दी जिहड़ी सोच आ जिहड़ी बदलनी शुरू हुई। सब तो वड्डा कारण सी छापेखाने की काढ़। हुण देखो छापेखाने की काढ़ नाल ओबवियस आ कि ਸਾਹਿਤ ਜਿਹੜਾ ਉਹ ਲੋਕਾਂ ਦੀ ਭਾਸ਼ਾ ਦੇ ਵਿੱਚ ਰਚਿਆ ਜਾਣ ਲੱਗੂਗਾ ਤੇ ਲੋਕਾਂ ਦੇ ਬਹੁਤ ਨੇੜੇ ਜਿਹੜਾ ਸਾਹਿਤ ਪੁੱਜਣਾ ਸਭ ਲੋਕਾਂ ਦੇ ਕੋਲ ਪੋਸੀਬਲ ਹੋ ਜਾਊਗਾ ਜੇ ਛਾਪਾਖਾਨਾ ਹੋਊਗਾ, ਹੈ ਨਾ। ਤਾਂ ਕਰਕੇ ਇਸ ਦਾ ਬਹੁਤ ਹੀ ਅਹਿਮ ਯੋਗਦਾਨ ਰਿਹਾ ਛਾਪੇਖਾਨੇ ਦੀ ਕਾਢ ਦਾ। 1454 ਈਸਵੀ ਵਿੱਚ ਮੇਨਜ਼ ਨਾਮਿਕ ਸਥਾਨ ਸੀ ਜਰਮਨੀ ਦੇ ਵਿੱਚ, ਜੌਨ ਗੁਟਨਬਰਗ ਨੇ ਜਿਹੜੀ ਇਹਦੀ ਖੋਜ ਕੀਤੀ ਸੀ ਛਾਪੇਖਾਨੇ ਦੀ। ਤੇ ਜਿਹੜਾ ਜੌਨ ਗੁਟਨਬਰਗ ਸੀ ਉਹਦਾ ਟਾਈਮ ਪੀਰੀਅਡ ਸੀ ਜੀ 1398 ਤੋਂ 1462। ਤੇ ਨੈਕਸਟ ਜੀ 1477 ਈਸਵੀ ਵਿੱਚ ਇੰਗਲੈਂਡ ਦੇ ਵੈਸਟਮਿਨਿਸਟਰ ਨਗਰ ਵਿੱਚ ਵਿਲੀਅਮ ਕੈਕਸਟਨ ਨੇ ਛਾਪਾਖਾਨਾ ਲਗਵਾਇਆ। ਉਸ ਤੋਂ ਬਾਅਦ 1477 ਵਿੱਚ ਇੰਗਲੈਂਡ ਦੇ ਜੋ ਸੀ ਵੈਸਟਮਿਨਿਸਟਰ ਨਗਰ ਦੇ ਵਿੱਚ ਵਿਲੀਅਮ ਕੈਕਸਟਨ ਸੀ ਇੰਗਲੈਂਡ ਦੇ, ਜਿਨ੍ਹਾਂ ਨੇ ਛਾਪਾਖਾਨਾ ਲਗਵਾਇਆ ਸੀ। ਇਸ ਦੇ ਨਾਲ ਕੀ ਹੋਇਆ, ਲੋਕਾਂ ਦੇ ਵਿੱਚ ਜਾਗ੍ਰਿਤੀ ਤਾਂ ਓਬਵੀਅਸ ਹੋਣੀ ਸੀ, ਸਾਹਿਤ ਆ ਜਿਹੜਾ ਲੋਕਾਂ ਦੇ ਹੱਥਾਂ ਵਿੱਚ ਪਹੁੰਚਣਾ ਸ਼ੁਰੂ ਹੋ ਗਿਆ ਤੇ ਹੁਣ ਜਿਹੜਾ ਸਾਹਿਤ ਆ ਉਹ ਚਰਚ ਦੇ ਅਧੀਨ ਨਾ ਰਿਹਾ ਤੇ ਲੋਕ ਆਪਣੇ ਵਿਚਾਰ ਆ ਜਿਹੜੇ ਸਾਹਿਤਕਾਰ ਸੀ ਉਹ ਪ੍ਰਗਟਾਉਣ ਲੱਗ ਗਏ। ਸਾਹਿਤ ਦੇ ਥਰੂ ਲੋਕਾਂ ਦੇ ਵਿੱਚ ਜਾਗ੍ਰਿਤੀ ਜਿਹੜੀ ਲਿਆਉਣ ਲੱਗ ਗਏ, ਜਿਸ ਦੇ ਕਾਰਨ ਪੁਨਰ ਜਾਗ੍ਰਿਤੀ ਤਾਂ ਆਉਣੀ ਹੀ ਬਣਦੀ ਸੀ ਜੀ। ਕੁਸਤਨਤੁਨੀਆ ਉੱਤੇ ਤੁਰਕਾਂ ਦਾ ਕਬਜ਼ਾ। 1453 ਦੇ ਵਿੱਚ ਤੁਰਕਾਂ ਦੁਆਰਾ ਕੁਸਤਨਤੁਨੀਆ ਤੇ ਕਬਜ਼ਾ ਕੀਤਾ ਗਿਆ। ਪੂਰਬੀ ਰੋਮਨ ਸਾਮਰਾਜ ਦੀ ਰਾਜਧਾਨੀ ਸੀ ਕੁਸਤਨਤੁਨੀਆ ਤੇ ਸੱਭਿਆਚਾਰ ਦਾ ਕੇਂਦਰ ਸੀ। ਯੂਨਾਨੀ ਤੇ ਰੋਮਨ ਵਿਦਵਾਨ ਸੀ ਜਿਹੜੇ ਪੁਰਾਣੇ ਗ੍ਰੰਥ ਸੀ ਲੈ ਕੇ ਵੱਖ-ਵੱਖ ਯੂਰਪੀ ਦੇਸ਼ਾਂ ਦੇ ਵਿੱਚ ਦੌੜ ਗਏ, ਜੋ ਕਿ ਕੁਸਤਨਤੁਨੀਆ ਸੀਗੇ ਜਿਹੜੇ ਉਹਦੀਆਂ ਲਾਇਬ੍ਰੇਰੀਆਂ ਦੇ ਵਿੱਚ ਬੈਠੇ ਹੋਏ ਰੋਮਨ ਵਿਦਵਾਨ ਸੀਗੇ, ਉਹ ਕੀ ਕਰ ਰਹੇ ਸੀ, ਪੁਸਤਕਾਂ ਪੜ੍ਹ ਰਹੇ ਸੀ, ਅਧਿਐਨ ਕਰ ਰਹੇ ਸੀ। ਜਦੋਂ ਉਹ ਵੱਖ-ਵੱਖ ਯੂਰਪੀ ਦੇਸ਼ਾਂ ਦੇ ਵਿੱਚ ਦੌੜ ਗਏ ਤਾਂ ਉਹਨਾਂ ਨੇ ਕੁਝ ਗ੍ਰੰਥ ਆਪਣੇ ਨਾਲ ਲੈ ਗਏ ਤੇ ਜਿਨ੍ਹਾਂ ਦੇ ਵਿੱਚ ਕੀ ਸੀਗਾ, ਉਹਨਾਂ ਨੇ ਅਧਿਐਨ ਕੀਤਾ ਤੇ ਦੱਸਿਆ ਕਿ ਜਿਹੜੇ ਮੱਧ ਕਾਲ ਦੇ ਵਿੱਚ ਪਾਦਰੀ ਲੋਕ ਸੀ ਉਹਨਾਂ ਨੇ ਕੀ ਕੀਤਾ, ਇਸ ਨੂੰ ਗਲਤ ਪੇਸ਼ ਕੀਤਾ ਉਹਨਾਂ ਗ੍ਰੰਥਾਂ ਦੇ ਵਿੱਚ ਜਿਹੜਾ ਇਤਿਹਾਸ ਸੀ। ਤਾਂ ਉਹਨਾਂ ਨੇ ਕੀ ਕੀਤਾ, ਲੋਕਾਂ ਦੇ ਵਿੱਚ ਸੱਚਾਈ ਲੈ ਕੇ ਆਉਣੀ ਸ਼ੁਰੂ ਕਰ ਦਿੱਤੀ ਉਹਨਾਂ ਗ੍ਰੰਥਾਂ ਦਾ ਅਧਿਐਨ ਕਰਕੇ, ਜਿਸ ਦੇ ਕਰਕੇ ਜਿਹੜੇ ਲੋਕ ਸੀ ਚਰਚ ਦੇ ਵਿਰੁੱਧ ਹੋ ਗਏ ਸੀ। ਉਦਾਰ ਸਮਰਾਟਾਂ ਅਤੇ ਕੁਲੀਨਾਂ ਦਾ ਯੋਗਦਾਨ। ਇਸ ਤੋਂ ਇਲਾਵਾ ਜਿਹੜੇ ਉਸ ਸਮੇਂ ਦੇ ਸੀ ਸਮਰਾਟ ਸੀਗੇ, ਸ਼ਾਸਕ ਸੀ, ਉਹ ਬਹੁਤ ਵਧੀਆ ਸੀਗੇ ਜਿਨ੍ਹਾਂ ਨੇ ਸਾਹਿਤਕਾਰਾਂ ਨੂੰ ਜਾਂ ਆਪਾਂ ਕਹਿ ਦਈਏ ਚਿੱਤਰਕਾਰਾਂ ਨੂੰ, ਮੂਰਤੀਕਾਰਾਂ ਨੂੰ ਸਪੋਰਟ ਕਰੀ। ਫਰਾਂਸ ਦੇ ਸ਼ਾਸਕ ਸੀ ਫਰਾਂਸਿਸ ਪਹਿਲੇ, ਇਸ ਨੂੰ ਧਿਆਨ ਨਾਲ ਕਰ ਲੈਣਾ। ਇੰਗਲੈਂਡ ਦੇ ਹੈਨਰੀ 8ਵੇਂ, ਸਪੇਨ ਦੇ ਚਾਰਲਸ 5ਵੇਂ, ਡੈਨਮਾਰਕ ਦੇ ਕ੍ਰਿਸਚੀਅਨ 7ਵੇਂ, ਵਿਦਵਾਨਾਂ, ਕਵੀਆਂ, ਇਹਨਾਂ ਨੇ ਖੁੱਲ੍ਹ ਕੇ ਇਹਨਾਂ ਨੂੰ ਸਰਪ੍ਰਸਤੀ ਦਿੱਤੀ। ਜਿਹੜੇ ਇਹ ਸ਼ਾਸਕ ਸੀ ਇਹਨਾਂ ਨੂੰ ਧਿਆਨ ਨਾਲ ਲਿਖ ਲੈਣਾ ਜੀ। ਪੋਪ ਨਿਕੋਲਸ 5ਵੇਂ ਅਤੇ ਲਿਓ 10ਵੇਂ ਨੇ ਯੂਨਾਨੀ ਤੇ ਰੋਮਨ ਸਾਹਿਤ, ਸ਼ਿਲਪ ਕਲਾ, ਸੰਗੀਤ 'ਚ ਯੋਗਦਾਨ ਪਾਇਆ। ਇਹ ਅਲੱਗ-ਅਲੱਗ ਹੈ, ਜਿਵੇਂ ਇੰਗਲੈਂਡ ਦੇ ਹੈਨਰੀ 8ਵੇਂ ਤੇ ਸਪੇਨ ਦੇ ਮੰਨ ਲਓ ਚਾਰਲਸ 5ਵੇਂ, ਤਾਂ ਇਹਨਾਂ ਦੇ ਨਾਮ ਧਿਆਨ ਨਾਲ ਯਾਦ ਕਰ ਲੈਣਾ ਕੌਣ ਕਿੱਥੋਂ ਦਾ ਸੀ। ਫਲੋਰੈਂਸ ਸ਼ਹਿਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਸਾਹਿਤ ਨੂੰ ਜਿਹੜਾ ਪ੍ਰਫੁੱਲਿਤ ਕਰਨ ਦੇ ਵਿੱਚ। ਫਲੋਰੈਂਸ ਇਟਲੀ ਦਾ ਇੱਕ ਸ਼ਹਿਰ ਹੈ, ਉਸ ਦੇ ਵਿੱਚ ਇੱਕ ਮੈਡਸੀ ਨਾਮ ਦਾ ਪਰਿਵਾਰ ਰਹਿੰਦਾ ਸੀ, ਜਿਸ ਨੇ ਫਲੋਰੈਂਸ ਪ੍ਰਸਿੱਧ ਯੂਨਾਨੀ ਪਲੈਟੋ ਦੀ ਫਿਲਾਸਫੀ ਦੇ ਅਧਿਐਨ ਲਈ ਇੱਕ ਅਕਾਦਮੀ ਦੀ ਸਥਾਪਨਾ ਕਰੀ। ਜਿਹੜਾ ਪਲੈਟੋ ਵਿਦਵਾਨ ਸੀਗਾ ਉਸ ਦੀ ਜਿਹੜੀ ਅਧਿਐਨ ਕਰਨ ਦੇ ਲਈ ਫਿਲਾਸਫੀ ਦਾ ਮੈਡਸੀ ਪਰਿਵਾਰ ਦਾ ਜੋ ਸੀ ਉਸਨੇ ਮੈਡਸੀ ਪਰਿਵਾਰ ਨੇ ਫਲੋਰੈਂਸ ਸ਼ਹਿਰ ਦੇ ਵਿੱਚ ਅਕਾਦਮੀ ਸਥਾਪਿਤ ਕੀਤੀ ਸੀ ਤਾਂ ਜੋ ਪਲੈਟੋ ਦੀ ਫਿਲਾਸਫੀ ਦਾ ਜਿਹੜਾ ਅਧਿਐਨ ਕਰ ਸਕਣ। ਮਾਈਕਲੈਂਜਲੋ ਤੇ ਲਿਓਨਾਰਡੋ ਨੂੰ ਵੀ ਸਰਪ੍ਰਸਤੀ ਦਿੱਤੀ ਉਹਨਾਂ ਨੇ, ਮੈਡਸੀ ਜਿਹੜਾ ਪਰਿਵਾਰ ਸੀ ਉਸਨੇ। ਇਸ ਤੋਂ ਇਲਾਵਾ ਫਲੋਰੈਂਸ ਸ਼ਹਿਰ ਦੇ ਵਿੱਚ ਹੀ ਇਰਾਸਮਸ 1466 ਤੋਂ 1537 ਤੱਕ ਹੋਇਆ, ਜੋ ਕਿ ਇੱਕ ਮਾਨਵਤਾਵਾਦੀ ਸਾਹਿਤਕਾਰ ਸੀ। ਉਸ ਦੇ ਬਾਰੇ ਵੀ ਆਪਾਂ ਪੜ੍ਹਾਂਗੇ। 8ਵਾਂ ਰੀਜ਼ਨ ਸੀ ਜੀ ਵਿਗਿਆਨਿਕ ਕਾਢਾਂ। ਚੀਨ ਦੇ ਅਵਿਸ਼ਕਾਰ ਕਾਗਜ਼, ਇਹ ਧਿਆਨ ਨਾਲ ਕਰ ਲਓ ਜੀ ਕਿਹੜੇ ਅਵਿਸ਼ਕਾਰ ਸੀ ਚੀਨ ਦੇ। ਕਾਗਜ਼, ਛਾਪਾਖਾਨਾ, ਕੰਪਾਸ, ਗੋਲਾ ਬਰੂਦ ਯੂਰਪ ਨੂੰ ਮਿਲਣੇ ਸ਼ੁਰੂ ਹੋ ਗਏ, ਉਹਨਾਂ ਨਾਲ ਇਹਨਾਂ ਦੇ ਵਪਾਰ ਵੱਧ ਗਿਆ ਯੂਰਪ ਨਾਲ, ਠੀਕ ਹੈ ਨਾ। ਤਾਂ ਜਿਹੜੇ ਯੂਰਪ ਦੇ ਲੋਕ ਆ ਉਹ ਵੀ ਇਹਨਾਂ ਆਧੁਨਿਕ ਚੀਜ਼ਾਂ ਦੇ ਬਾਰੇ ਗਿਆਨ ਪ੍ਰਾਪਤ ਕਰਨ ਲੱਗ ਗਏ
ਜੇਕਰ ਹੁਣ ਪਤਾ ਲਗ ਜਾਏਗਾ है ना, ਛਾਪਾਖਾਨਾ ਆਊਗਾ, ਸਾਹਿਤ ਵਿੱਚ ਆਊਗਾ ਤੇ ਕੰਪਾਸ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਨੂੰ ਯੂਜ਼ ਕਰਕੇ ਜਾਣਗੇ ਡਾਇਰੈਕਸ਼ਨਸ ਤੇ ਪਤਾ ਕਰਕੇ ਨਾ, ਤੇ ਜਿਹੜਾ ਗੋਲਾ ਬਰੂਦ ਆ ਉਹ ਯੁੱਧਾਂ ਦੇ ਲਈ ਵਰਤਣਾ ਸ਼ੁਰੂ ਕਰਤਾ। ਤਾਂ ਇਸ ਦੇ ਨਾਲ ਹੀ ਜਿਹੜੀ ਪੁਨਰ ਜਾਗ੍ਰਿਤੀ ਹੈ ਜਿਹੜੀ ਆਉਂਦੀ ਹੈ ਸਮਾਜ ਦੇ ਵਿੱਚ, ਤੇ ਇਸੇ ਤਰ੍ਹਾਂ ਹੀ ਜਿਹੜੀ ਯੂਰਪ ਦੇ ਵਿੱਚ ਆਈ ਪੁਨਰ ਜਾਗਰਣ ਆਇਆ। ਤੇ 9ਵਾਂ ਰੀਜ਼ਨ ਸੀ ਜੀ ਨਵੇਂ ਨਗਰਾਂ ਦਾ ਉਥਾਨ, ਜਿਵੇਂ ਕਿ ਮਿਲਾਨ, ਵੇਨਿਸ, ਫਲੋਰੈਂਸ, ਰੋਮ, ਪੈਰਿਸ, ਨਤੇਜ਼, ਲੰਡਨ, ਲਿਸਬਨ, ਮੈਡਰਿਡ, ਲੁਵੇਕ, ਮੇਨਿਸ, ਜਨੋਆ, ਫਰੈਂਕਫਰਟ ਤੇ ਐਮਹਰਸਟ। ਤੇ ਇਹਨਾਂ ਨੂੰ ਧਿਆਨ ਨਾਲ ਯਾਦ ਕਰ ਲੈਣਾ ਕਿਹੜੇ ਕਿਹੜੇ ਨਵੇਂ ਨਗਰ ਸਥਾਪਨ ਹੋਏ ਸੀ ਜਿਨ੍ਹਾਂ ਦੀ, ਜਿਸ ਨੇ ਪੁਰਾਤਨ ਜਿਹੜੀਆਂ ਪਰੰਪਰਾਵਾਦੀ ਰੀਤੀ ਰਿਵਾਜਾਂ ਸੀ ਉਹਨਾਂ ਦਾ ਖੰਡਨ ਕਰ ਦਿੱਤਾ। ਬਹੁਤ ਹੀ ਜਿਹੜਾ ਇੰਪੋਰਟੈਂਟ ਕੁਐਸਚਨ ਬਣਦਾ, ਆਪਾਂ ਪਹਿਲਾਂ ਹੀ ਮੈਡਸੀ ਪਰਿਵਾਰ ਦੇ ਬਾਰੇ ਪੜ੍ਹ ਚੁੱਕੇ ਹਾਂ ਤੇ ਇੱਥੇ ਵੀ ਮੈਡਸੀ ਪਰਿਵਾਰ ਬਾਰੇ ਦੱਸਿਆ ਗਿਆ ਹੈ। ਮੈਡਸੀ ਪਰਿਵਾਰ ਨੇ ਫਲੋਰੈਂਸ ਸ਼ਹਿਰ ਵਿੱਚ ਵਸਣ ਲਈ ਵਿਦਵਾਨਾਂ ਦੀ ਬਹੁਤ ਜ਼ਿਆਦਾ ਮਦਦ ਕੀਤੀ ਸੀ ਤੇ ਇਸ ਵਿੱਚੋਂ ਕੁਐਸਚਨ ਬਣ ਆ ਵੀ ਜਾਂਦਾ, ਬਹੁਤ ਟਾਈਮ ਆਇਆ ਵੀ ਹੈ ਜੀ, ਤੇ ਧਿਆਨ ਨਾਲ ਕਰ ਲਿਓ ਇਸ ਨੂੰ। ਲੈਰੋਜੋ ਮੈਡਸੀ ਸੀਗਾ ਜੋ 1469 ਤੋਂ 92 ਤੱਕ ਇਸ ਪਰਿਵਾਰ ਦਾ ਮੈਂਬਰ ਸੀ, ਜਿਸ ਨੇ 60,000 ਪਾਉਂਡ ਨਵੀਆਂ ਕਿਤਾਬਾਂ ਖਰੀਦਣ ਤੇ ਹੀ ਖਰਚ ਕਰ ਦਿੱਤਾ ਸੀ। ਲੈਰੋਜੋ ਮੈਡਸੀ ਨਾਂ ਦਾ ਸੀ ਜੋ ਮੈਡਸੀ ਪਰਿਵਾਰ 'ਚ ਸੀ, 1469 ਤੋਂ 92 ਤੱਕ ਰਿਹਾ। ਉਸਨੇ 60,000 ਪਾਉਂਡ ਸਿਰਫ ਨਵੀਆਂ ਕਿਤਾਬਾਂ ਖਰੀਦਣ ਤੇ ਹੀ ਲਗਾ ਦਿੱਤਾ ਸੀ ਤੇ ਉਸਦੀ ਜਿਹੜੀ ਲਾਇਬ੍ਰੇਰੀ ਸੀ ਉਸ ਦੇ ਵਿੱਚ 200 ਦੁਰਲੱਭ ਹੱਥ ਲਿਖਤਾਂ ਖਰੜੇ ਜਿਹੜੇ ਪੂਰਬੀ ਦੇਸ਼ਾਂ ਤੋਂ ਨੇ ਮੰਗਵਾਏ ਸੀ। ਇੱਥੋਂ ਹੀ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਮੈਡਸੀ ਪਰਿਵਾਰ ਨੇ ਕਿੰਨੀ ਜਿਹੜੀ ਹੈਲਪ ਕਰੀ ਸੀਗੀ ਸਾਹਿਤ ਨੂੰ ਪ੍ਰਫੁੱਲਤ ਕਰਨ ਦੇ ਵਿੱਚ, ਤੇ ਸਾਹਿਤ ਦੇ ਨਾਲ ਹੀ ਜਿਹੜੀ ਸਮਾਜ ਵਿੱਚ ਕ੍ਰਾਂਤੀ ਆਉਂਦੀ ਹੈ, ਜਾਗ੍ਰਿਤੀ ਆਉਂਦੀ ਹੈ, ਤੇ ਇਹੀ ਇਸ ਦੇ ਪ੍ਰਭਾਵ ਦਾ ਹੀ ਸਿੱਟਾ ਸੀ ਕਿ ਜਿਹੜਾ ਯੂਰਪੀਅਨ ਕੰਟਰੀਆਂ ਦੇ ਵਿੱਚ ਪੁਨਰ ਜਾਗਰਣ ਜਿਹੜਾ ਆਰੰਭ ਹੋ ਜਾਂਦਾ। ਮੁਗਲ ਸਾਮਰਾਜ ਦਾ ਉਭਾਰ 13ਵੀਂ ਸਦੀ 'ਚ ਮੱਧ ਏਸ਼ੀਆ ਦੇ ਪ੍ਰਸਿੱਧ ਮੰਗੋਲ ਜੇਤੂ ਚੰਗੇਜ਼ ਖਾਨ ਦੀ ਮੌਤ ਤੋਂ ਪਿੱਛੋਂ ਉੱਤਰਾਧਿਕਾਰੀ ਬਣਿਆ ਜੀ ਕੁਬਲਾਈ ਖਾਂ ਬਣਿਆ। ਰੂਸ, ਪੋਲੈਂਡ ਤੇ ਹੰਗਰੀ 'ਚ ਜਿਹੜਾ ਗਿਆ ਸੀ। ਪੋਪ ਦੇ ਦੂਤਾਂ, ਭਾਰਤੀ ਬੁੱਧ ਭਿਕਸ਼ੂਆਂ, ਗਣਿਤ, ਜੋਤਿਸ਼ ਤੇ ਮਾਹਰਾਂ, ਫਰਾਂਸ ਤੇ ਇਟਲੀ ਦੇ ਦਸਤਕਾਰਾਂ ਦੀ ਬੜੀ ਉਦਾਰਤਾ ਨਾਲ ਉਹਨੇ ਸਰਪ੍ਰਸਤੀ ਕੀਤੀ, ਜਿਸ ਦੇ ਕਾਰਨ ਕੀ ਹੋਇਆ, ਪੁਨਰ ਜਾਗਰਣ ਜਿਹੜਾ ਆਰੰਭ ਹੋ ਜਾਂਦਾ। ਵੈਨਿਸ ਦਾ ਪ੍ਰਸਿੱਧ ਯਾਤਰੀ ਮਾਰਕ ਪੋਲੋ ਕੁਬਲਾਈ ਜਿਹੜਾ ਖਾਂ ਸੀ ਦੇ ਦਰਬਾਰ ਵਿੱਚ 1272 ਦੇ ਵਿੱਚ ਗਿਆ ਸੀ। ਇਸ ਨੂੰ ਵੀ ਯਾਦ ਰੱਖ ਲੈਣਾ ਜੀ, ਕੁਬਲਾਈ ਖਾਂ ਦੇ ਦਰਬਾਰ ਵਿੱਚ ਕੌਣ ਆਇਆ ਸੀ? ਵੈਨਿਸ ਦਾ ਪ੍ਰਸਿੱਧ ਯਾਤਰੀ ਸੀ ਜਿਹੜਾ ਮਾਰਕ ਪੋਲੋ। ਕਦੋਂ ਆਇਆ ਸੀ ਜੀ? 1272 ਦੇ ਵਿੱਚ, ਜਿਸ ਤੋਂ ਪ੍ਰਭਾਵਿਤ ਹੋਇਆ ਤੇ ਪੁਨਰ ਜਾਗਰਣ ਦਾ ਕਾਲ ਦਾ ਆਰੰਭ ਹੋਇਆ। ਪੁਨਰ ਜਾਗਰਣ ਦਾ ਆਰੰਭ ਕੀ ਹੁੰਦਾ ਜੀ, ਕੀ ਹੋਇਆ ਸੀ ਤੇ ਕੀ ਲਿਖਿਆ, ਉਸ ਦੇ ਬਾਰੇ ਹੁਣ ਆਪਾਂ ਪੜਾਂਗੇ। ਜਿਵੇਂ ਕਿ ਆਪਾਂ ਕਰ ਹੀ ਚੁੱਕੇ ਹਾਂ ਕਿ ਪੁਨਰ ਜਾਗਰਣ ਦਾ ਆਰੰਭ ਕਿੱਥੇ ਹੁੰਦਾ? ਇਟਲੀ ਦੇ ਵਿੱਚ। ਇਟਲੀ ਰੋਮਨ ਸਾਮਰਾਜ ਦਾ ਕੀ ਸੀ? ਕੇਂਦਰ ਸੀ। 1453 'ਚ ਕੁਸਤਨਤੁਨੀਆ ਉੱਤੇ ਤੁਰਕਾਂ ਦੇ ਕਬਜ਼ੇ ਵਜੋਂ ਯੂਨਾਨੀ ਵਿਦਵਾਨ ਕਲਾਕਾਰਾਂ ਇਟਲੀ ਜਿਹੜੇ ਆ ਕੇ ਵਸਣ ਲੱਗ ਗਏ। ਜਦੋਂ 1453 'ਚ ਕੁਸਤਨਤੁਨੀਆ ਉੱਤੇ ਤੁਰਕਾਂ ਨੇ ਆਪਾਂ ਕਹਿੰਦੇ ਕਬਜ਼ਾ ਕਰ ਲੈਂਦਾ ਤਾਂ ਜਿਹੜੇ ਯੂਨਾਨੀ ਵਿਦਵਾਨ ਆ ਉਹ ਇਟਲੀ ਆ ਕੇ ਰਹਿਣ ਲੱਗ ਪਏ। ਇਟਲੀ ਦੇ ਪੂਰਬੀ ਦੇਸ਼ਾਂ ਨਾਲ ਵੱਧ ਰਹੇ ਵਪਾਰ ਨੇ ਇਟਲੀ ਦੇ ਵੱਖ-ਵੱਖ ਰਾਜਾਂ ਨੂੰ ਕਾਫੀ ਅਮੀਰ ਬਣਾ ਦਿੱਤਾ। ਜਦੋਂ ਉਹਨਾਂ ਦੇ ਪੂਰਬੀ ਦੇਸ਼ਾਂ ਦੇ ਨਾਲ ਇਟਲੀ ਦੇ ਜਿਹੜੇ ਸੰਬੰਧ ਆ ਵਧੀਆ ਬਣਨ ਲੱਗ ਗਏ, ਵਪਾਰ ਕਰਨ ਲੱਗ ਗਏ, ਤਾਂ ਉਹ ਕਾਫੀ ਅਮੀਰ ਹੋ ਗਿਆ ਤੇ ਆਤਮ ਨਿਰਭਰ ਹੋਣਾ ਸ਼ੁਰੂ ਹੋ ਗਿਆ। ਤਾਂ ਓਬਵੀਅਸ ਆ ਕਿ ਉਹ ਅਧੀਨ ਕਿਉਂ ਰਹੂਗਾ, ਹੈ ਨਾ, ਜਦੋਂ ਉਹਨਾਂ ਦੇ ਵਪਾਰ ਆ ਜਿਹੜਾ ਵਧੀਆ ਚੱਲ ਪਿਆ ਤੇ ਅਮੀਰ ਹੋਣਾ ਸ਼ੁਰੂ ਹੋ ਗਿਆ ਇਟਲੀ। ਫਿਰ ਤਾਂ ਜਾਗ੍ਰਿਤੀ ਬਣਦੀ ਹੋਈ ਸੀਗੀ। ਰੋਮ ਨਗਰ ਪੱਛਮੀ ਯੂਰਪ ਵਿੱਚ ਈਸਾਈ ਧਰਮ ਦਾ ਪ੍ਰਸਿੱਧ ਕੇਂਦਰ ਸੀ। ਜਿਹੜਾ ਰੋਮ ਸੀਗਾ ਸ਼ਹਿਰ, ਉਹ ਪੱਛਮੀ ਯੂਰਪ ਦੇ ਵਿੱਚ ਈਸਾਈਆਂ ਦਾ ਜਿਹੜਾ ਮੁੱਖ ਕੇਂਦਰ ਸੀਗਾ, ਪ੍ਰਮੁੱਖ। ਰੋਮਨ ਕੈਥੋਲਿਕ ਧਰਮ ਦਾ ਮੁਖੀ ਸੀ ਪੋਪ, ਜੋ ਉਹ ਵੀ ਇੱਥੇ ਹੀ ਰਹਿੰਦਾ ਸੀ ਰੋਮ ਦੇ ਵਿੱਚ ਹੀ। ਉਸਨੇ ਯੂਨਾਨੀ ਗ੍ਰੰਥਾਂ ਦਾ ਲਾਤੀਨੀ ਭਾਸ਼ਾ 'ਚ ਅਨੁਵਾਦ ਕਰਾਉਣਾ ਜਿਹੜਾ ਸ਼ੁਰੂ ਕਰ ਦਿੱਤਾ, ਜਿਸ ਦੇ ਕਾਰਨ ਲੋਕਾਂ ਦੇ ਵਿੱਚ ਜਾਗ੍ਰਿਤੀ ਆਈ, ਕਿਉਂਕਿ ਲੋਕਾਂ ਨੂੰ ਲਾਤੀਨੀ ਭਾਸ਼ਾ ਆਉਂਦੀ ਸੀ, ਲੋਕ ਨੇੜੇ ਹੋ ਗਏ ਹੈ ਨਾ ਸਾਹਿਤ ਦੇ। ਤੇ ਨੈਕਸਟ ਜੀ ਬਹੁਤ ਹੀ ਜ਼ਰੂਰੀ ਕੁਐਸਚਨ ਹੈ। ਪੋਪ ਨਿਕੋਲਸ ਪੰਜਵੇਂ ਨੇ 1447 ਤੋਂ ਲੈ ਕੇ 1445 ਤੱਕ 55 ਤੱਕ ਰਿਹਾ। ਉਸਨੇ ਵੈਟੀਕਨ ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਦੀ ਸਥਾਪਨਾ ਕੀਤੀ। ਪੋਪ ਨਿਕੋਲਸ ਪੰਜਵੇਂ ਨੇ ਵੈਟੀਕਨ ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਦੀ ਸਥਾਪਨਾ ਕਰੀ ਸੀ। ਕਿਸ ਨੇ ਜੀ? ਪੋਪ ਨਿਕੋਲਸ ਪੰਜਵੇਂ ਨੇ। ਧਿਆਨ ਨਾਲ ਨੋਟ ਕਰ ਲਿਓ ਇਸ ਨੂੰ ਤੇ ਭੁੱਲਣਾ ਨਹੀਂ। ਪੋਪ ਲਿਓ 10ਵੇਂ
ਹੁਣ ਦੇਖੋ ਆ ਨਿਕੋਲਸ 5ਵਾਂ ਸੀ ਤੇ ਆ ਲਿਓ 10ਵਾਂ ਸੀ। ਇਹਨੇ 1513 ਤੋਂ 1521 ਤੱਕ ਦਾ ਇਹਦਾ ਟਾਈਮ ਪੀਰੀਅਡ ਸੀ ਰਾਜ ਕੀਤਾ ਇਸਨੇ। ਰੋਮ ਵਿੱਚ ਪੁਨਰ ਜਾਗਰਤੀ ਦੀ ਜਿਹੜੀ ਪੁਨਰ ਜਾਗਰਣ ਦੀ ਉન્નਤੀ ਹੈ ਉਸ ਸਮੇਂ ਚਰਮ ਸੀਮਾ ਤੇ ਪਹੁੰਚ ਗਈ। ਸਾਹਿਤ ਦੀ ਦੁਨੀਆ ਦੀ ਰਾਜਧਾਨੀ ਬਣਾਤਾ ਇਸਨੇ ਵੈਟਿਕਨ ਸ਼ਹਿਰ ਨੂੰ। ਰੋਮ ਤੇ ਗ੍ਰੀਕ ਕਾਲਜ 100 ਪ੍ਰੋਫੈਸਰ ਜਿਹੜੇ ਨੇ ਲਗਵਾਏ। ਕਿਸ ਨੇ ਜੀ? ਪੋਪ ਲਿਓ 10ਵੇਂ ਨੇ ਰੋਮ ਦੇ ਗ੍ਰੀਕ ਕਾਲਜ ਵਿੱਚ 100 ਤੋਂ ਵੱਧ ਪ੍ਰੋਫੈਸਰ ਲਗਵਾਤੇ ਤੇ ਵੈਟਿਕਨ ਲਾਇਬ੍ਰੇਰੀ ਨੂੰ ਚੱਕ ਕੇ ਕਿੱਥੇ ਲਿਆਇਆ? ਇਹ ਰੋਮ ਲਿਆਇਆ। ਕੌਣ ਹੈ ਜੀ? ਲਿਓ 10ਵਾਂ। ਤੇ ਜੋ ਕਿ ਬਣਾਈ ਕਿਸ ਨੇ ਸੀ? ਪੋਪ ਨਿਕੋਲਸ 5ਵੇਂ ਨੇ। ਤੇ ਉਸ ਨੂੰ ਵੈਟਿਕਨ ਲਾਇਬ੍ਰੇਰੀ ਨੂੰ ਲੈ ਕੇ ਕੌਣ ਆਇਆ ਸੀ ਰੋਮ ਦੇ ਵਿੱਚ? ਲਿਓ 10ਵਾਂ। ਇਟਲੀ ਦੇ ਦਾਂਤੇ, ਪਲੇਟਾਰਕ, ਬੋਕਾਸੀਓ ਨੇ ਆਪਣੀਆਂ ਰਚਨਾਵਾਂ ਵਿੱਚ ਪਰੰਪਰਾਗਤ ਅੰਧ-ਵਿਸ਼ਵਾਸੀ ਵਹਿਮਾਂ, ਖੋਖਲੇ ਰੀਤੀ ਰਿਵਾਜਾਂ ਦਾ ਖੰਡਨ ਕੀਤਾ ਤੇ ਜ਼ੋਰ ਕਾਹਦੇ ਉੱਤੇ ਦਿੱਤਾ ਜੀ? ਉਹਨਾਂ ਨੇ ਤਰਕਸ਼ੀਲ ਮਾਨਵਵਾਦ ਤੇ ਵਿਗਿਆਨ। ਇਹੀ ਆਧਾਰ ਸੀ ਜੀ ਪੁਨਰ ਜਾਗਰਣ ਦਾ ਤੇ ਇਹਨਾਂ ਨੂੰ ਧਿਆਨ ਨਾਲ ਕਰ ਲੈਣਾ। ਜੋ ਇਟਲੀ ਦੇ ਬਹੁਤ ਹੀ ਮਹੱਤਵਪੂਰਨ ਵਿਦਵਾਨ ਹੋਏ ਨੇ ਉਹਨਾਂ ਦੇ ਆਪਾਂ ਨਾਂ ਕਰਦੇ ਹਾਂ ਜੀ ਤੇ ਉਹਨਾਂ ਦੇ ਬਾਰੇ ਜਿਹੜੀ ਅਹਿਮ ਜਾਣਕਾਰੀ ਪ੍ਰਾਪਤ ਕਰਦੇ ਉਹਨਾਂ ਦੀਆਂ ਪੁਸਤਕਾਂ ਦੇ ਬਾਰੇ। ਦਾਂਤੇ, ਫ੍ਰਾਂਸਿਸਕੋ, ਪਲੇਟਾਰਕ, ਇਹ ਪਲੱਸ ਦਾ ਸਾਈਨ ਇੱਥੇ ਨਹੀਂ ਹੈ, ਤੇ ਗਿਓਵਨੀ ਬੋਕਾਸੀਓ, ਨਿਕੋਲੋ ਮੈਕਿਆਵੇਲੀ। ਵੈਸੇ ਵੀ ਆਪਾਂ ਇਹਨਾਂ ਦੇ ਨਾਮ ਸੁਣੀ ਹੈ ਬਟ ਆਪਾਂ ਇਹਨਾਂ ਬਾਰੇ ਅਹਿਮ ਜਾਣਕਾਰੀ ਜਿਹੜੀ ਪੁਨਰ ਜਾਗਰਣ ਦੇ ਵਿੱਚ ਇਹਨਾਂ ਦਾ ਕੀ ਹਿੱਸਾ ਸੀ ਉਸ ਦੇ ਬਾਰੇ ਪ੍ਰਾਪਤ ਕਰਦੇ ਜਾਣਕਾਰੀ। ਪਹਿਲਾਂ ਜੀ ਦਾਂਤੇ ਕਰਾਂਗੇ ਆਪਾਂ। ਇਟਲੀ ਦਾ ਸੀ ਇਹ, ਠੀਕ ਹੈ ਨਾ। ਫਲੋਰੈਂਸ ਜਿਹੜਾ ਸ਼ਹਿਰ ਆ ਉਸ ਦਾ ਰਹਿਣ ਵਾਲਾ ਸੀ। ਸੰਮਤੀ ਕਾਲ ਦਾ ਸਭ ਤੋਂ ਮਹਾਨ ਕਵੀ ਹੋਇਆ ਦਾਂਤੇ। 1265 ਦੇ ਵਿੱਚ ਇਹਦਾ ਜਨਮ ਹੋਇਆ ਫਲੋਰੈਂਸ ਸ਼ਹਿਰ ਦੇ ਵਿੱਚ। ਪ੍ਰਸਿੱਧ ਪੁਸਤਕ ਸੀ ਜੀ ਡਿਵਾਈਨ ਕਮੇਡੀ, ਜਿਸ ਦੇ 3 ਭਾਗ ਨੇ। ਇਸ ਦੇ ਵਿੱਚ ਇੱਕ ਮਨਘੜਤ ਉਹਨੇ ਕਥਾ ਜਿਹੜੀ ਸਿਰਜੀ ਹੈ। ਨਰਕ, ਆਤਮ ਸ਼ੁੱਧੀ ਤੇ ਸਵਰਗ, ਇਹ 3 ਚੀਜ਼ਾਂ ਦੀ ਗੱਲ ਕਰਦਾ ਹੈ। ਉਹਦੀ ਜਿਹੜੀ ਮਨਘੜਤ ਕਹਾਣੀ ਸੀ ਉਹ ਕਹਿੰਦਾ ਵੀ ਮੈਂ ਨਰਕ ਤੋਂ ਸਵਰਗ ਤੱਕ ਦੀ ਯਾਤਰਾ ਕੀਤੀ ਤੇ ਜਿਸ ਦੇ ਵਿੱਚ ਉਹ ਆਰੰਭ ਵਿੱਚ ਨਰਕ ਜਾਂਦਾ ਗਾ ਤੇ ਅੰਤ ਵਿੱਚ ਉਹਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਹੈ। ਸਵਰਗ ਤੇ ਨਰਕ ਦੀ ਯਾਤਰਾ ਦਾ ਉਹ ਵਰਣਨ ਕਰਦਾ ਡਿਵਾਈਨ ਕਮੇਡੀ ਜਿਹੜੀ ਉਹਦੀ ਕਿਤਾਬ ਆ। ਤੇ ਇਸ ਦਾ ਜਨਮ ਹੋਇਆ ਸੀ ਜੀ ਦਾਂਤੇ ਦਾ 1265 ਦੇ ਵਿੱਚ। ਯਾਦ ਰੱਖ ਲੈਣਾ ਜੀ। ਜਿਹੜਾ ਡਿਵਾਈਨ ਕਮੇਡੀ ਦਾਂਤੇ ਦੀ ਕਿਤਾਬ ਆ ਉਸ ਦਾ ਵਿਸ਼ਾ ਵਸਤੂ ਰਿਹਾ ਮੱਧਕਾਲੀਨ ਜੀਵਨ ਨਾਲ ਰਿਲੇਟਡ ਸੀਗਾ ਤੇ ਮਨੁੱਖੀ ਪ੍ਰੇਮ, ਦੇਸ਼ ਭਗਤੀ, ਕੁਦਰਤ ਨਾਲ ਪ੍ਰੇਮ ਅਤੇ ਇਟਲੀ 'ਚ ਇੱਕ ਰਾਸ਼ਟਰ ਦੇ ਨਿਰਮਾਣ ਦੀ ਉਸਨੇ ਗੱਲ ਕੀਤੀ ਜੋ ਇਸ ਦੇ ਵਿਸ਼ੇ ਵਸਤੂ ਦੇ ਵਿੱਚ ਲਈ ਗਈ ਹੈ ਜੀ। ਹੁਣ ਆਪਾਂ ਨੈਕਸਟ ਵਿਦਵਾਨ ਕਰਦੇ ਹਾਂ ਜੀ ਇਟਲੀ ਦਾ ਮਹੱਤਵਪੂਰਨ ਫ੍ਰਾਂਸਿਸਕੋ ਪੇਟਰਾਰਕ। ਜਨਮ ਹੋਇਆ ਜੀ ਇਸ ਦਾ 1304 ਨੂੰ। ਫਲੋਰੈਂਸ ਦੇ ਰਹਿਣ ਵਾਲਾ ਸੀ। ਫਲੋਰੈਂਸ ਸ਼ਹਿਰ ਵਿੱਚ ਜਨਮ ਹੋਇਆ। ਪਿਤਾ ਦੇ ਰਾਜਨੀਤਿਕ ਵਿਚਾਰਾਂ ਕਰਕੇ ਜ਼ਿਆਦਾ ਸਮਾਂ ਇਹ ਫਲੋਰੈਂਸ ਸ਼ਹਿਰ ਵਿੱਚ ਨਹੀਂ ਰਿਹਾ ਤੇ ਬਾਹਰ ਹੀ ਰਿਹਾ ਤੇ ਇਹਨੇ ਮਿਡਲੀ ਜਿਹੜੀ ਸਿੱਖਿਆ ਸੀ ਪੇਟਰਾਰਕ ਨੇ ਉਹ ਪ੍ਰਾਪਤ ਕੀਤੀ ਜੀ ਬਲੋਗਨਾ ਤੇ ਮੈਂਟਾਪੇਲੀਅਰ ਨਾਮਕ ਸਥਾਨਾਂ ਤੋਂ। ਨੌਕਰੀ ਕੀਤੀ ਜੀ ਇਹਨੇ ਚਰਚ ਦੇ ਵਿੱਚ। ਪੁਰਾਤਨ ਲਤੀਨੀ ਗ੍ਰੰਥਾਂ ਦਾ ਅਧਿਐਨ ਕੀਤਾ ਇਸਨੇ। ਕਵਿਤਾਵਾਂ ਸੀ ਜਿਹੜੀਆਂ ਦੀਆਂ ਇਤਾਲਵੀ ਭਾਸ਼ਾ 'ਚ ਸੀ। ਮਿਲਾਨ, ਵੀਨਸ, ਰੋਮ 'ਚ ਵੀ ਰਿਹਾ ਇਹ ਕਿਉਂਕਿ ਇਹਦਾ ਜਿਹੜੇ ਦੇ ਫਾਦਰ ਸੀਗੇ ਉਹ ਰਾਜਨੀਤੀ ਵਿਚਾਰਾਂ ਕਰਕੇ ਫਲੋਰੈਂਸ ਸ਼ਹਿਰ ਵਿੱਚ ਨਹੀਂ ਰਹੇ ਸੀ। ਪ੍ਰਸਿੱਧ ਰੋਮਨ ਜਨਰਲ ਸੀਪੀਓ, ਹੁਣ ਧਿਆਨ ਨਾਲ ਕਰ ਲਓ ਜੀ, ਪ੍ਰਸਿੱਧ ਰੋਮਨ ਜਨਰਲ ਸੀਪੀਓ ਆਫਰੀਕੇਨਸ ਉੱਤੇ ਮਹਾਕਾਵਿ ਲਿਖਿਆ ਸੀਗਾ ਇਸਨੇ। ਸੀਪੀਓ ਆਫਰੀਕੇਨਸ ਉੱਤੇ ਕੀ ਲਿਖਿਆ ਸੀਗਾ? ਪੇਟਰਾਰਕ ਨੇ ਮਹਾਕਾਵਿ ਲਿਖਿਆ ਸੀ ਸੀਪੀਓ ਆਫਰੀਕੇਨਸ, ਠੀਕ ਹੈ। ਜੇਕਰ ਨਹੀਂ ਪਤਾ ਲੱਗਦਾ ਹੁੰਦਾ ਤਾਂ ਪਲੀਜ਼ ਇੰਗਲਿਸ਼ ਵਾਲੇ ਧਿਆਨ ਨਾਲ ਦੇਖ ਲਿਆ ਕਰੋ। ਜੋ ਕਿ ਇੱਕ ਪ੍ਰਸਿੱਧ ਰੋਮਨ ਜਨਰਲ ਸੀ ਉਸ ਦੇ ਉੱਪਰ ਲਿਖਿਆ ਸੀ। ਇਸ ਤੋਂ ਬਿਨਾਂ ਪੇਟਰਾਰਕ ਨੇ ਪ੍ਰਸਿੱਧ ਰਚਨਾਵਾਂ ਸੀ ਯੂਲੀਅਸ ਸੀਜ਼ਰ, ਪੌਪ ਆਦਿ ਰੋਮ ਤੋਂ ਐਵਗੇਨਨ ਵਿਖੇ ਤਬਦੀਲੀ ਸੰਬੰਧੀ ਰਚਨਾਵਾਂ ਲਿਖੀਆਂ ਸੀ ਇਸਨੇ ਤੇ ਇਹਨਾਂ ਰਚਨਾਵਾਂ ਨੂੰ ਪਲੀਜ਼ ਧਿਆਨ ਨਾਲ ਨੋਟ ਕਰ ਲੈਣਾ। ਉਹ ਲਤੀਨੀ ਭਾਸ਼ਾ ਨੂੰ ਯੂਨਾਨੀ ਭਾਸ਼ਾ ਤੋਂ ਸ੍ਰੇਸ਼ਟ ਮੰਨਦਾ ਸੀਗਾ, ਠੀਕ ਹੈ ਨਾ ਜੀ, ਇਸ ਨੂੰ ਯਾਦ ਰੱਖ ਲੈਣਾ। ਫਲੋਰੈਂਸ ਦਾ ਨਗਰ ਮਾਨਵਵਾਦ ਦਾ ਕੇਂਦਰ ਬਣ ਗਿਆ। ਜਿਹੜਾ ਕਿ ਫਲੋਰੈਂਸ ਦਾ ਨਗਰ ਸੀਗਾ ਉਹ ਮਾਨਵਵਾਦ ਦਾ ਕੇਂਦਰ ਬਣ ਗਿਆ ਕਿਉਂਕਿ ਸਾਹਿਤ ਇੱਥੋਂ ਲਿਖਣਾ ਸ਼ੁਰੂ ਕਰਤਾ ਕਿਉਂਕਿ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਇਟਲੀ ਤੋਂ, ਹੈ ਨਾ, ਪੁਨਰ ਜਾਗਰਣ ਦੀ। ਪੌਪ ਨੇ ਧਨ ਦਿੱਤਾ। ਪੈਰਿਸ ਦੀ ਯੂਨੀਵਰਸਿਟੀ ਅਤੇ ਰੋਮ ਦੇ ਨਗਰ ਵਾਸੀਆਂ ਨੇ ਵੀ ਸਨਮਾਨਿਤ ਕੀਤਾ ਕਿਸ ਨੂੰ? ਪੇਟਰਾਰਕ ਨੂੰ, ਕਿਉਂਕਿ ਉਹ ਬਹੁਤ ਵਧੀਆ ਲਿਖਦਾ ਸੀਗਾ। ਮਾਨਵਤਾਵਾਦੀ ਦੇ ਰੂਪ ਵਿੱਚ ਪੁਨਰ ਜਾਗਰਣ ਦੀ
प्रतिनिधित्व करने वाला पहला व्यक्ति सी प्लेटार्क। रेनान आ जो एक बहुत ही महान आपां कह दईए विद्वान होए ने रेनान, उन्होंने पेट्रार्क बारे की कहा? उन्होंने कहा पहला आधुनिक मनुख दस्सिया पेट्रार्क नूं। किसने? रेनान ने। किस नूं पहला आधुनिक मनुख दस्सिया? पेट्रार्क नूं सॉरी। ड्यूरेंट ने पुनर्जागरण का पिता किस नूं मन्निया? पेट्रार्क नूं। ठीक है ना जी। वो पूछ लेंदे कि पुनर्जागरण का पिता पेट्रार्क नूं किसने कहा? तो क्या सी? ड्यूरेंट ने सॉरी। ग्यूवन्नी बोकासियो नाम ध्यान नाल कर लेना जी। थर्ड अपने कोल ग्यूवन्नी बोकासियो, पेट्रार्क दा चेला सी ये। बोकासियो कौन सी? पेट्रार्क दा चेला। 14वीं सदी का महान साहित्यकार, मानवतावादी ते इतालवी भाषा विच वार्तक लेखन विच नवीं शैली का विकास करिया ते इस नूं इतालवी वार्तक दा पिता कहा जांदा बोकासियो नूं। महान रचना सी इसदी दी कैमरून। भाषा सी इहदियां कहानियां दी इतालवी ते 100 कहानियां दा संग्रह सी जो दा कैमरून है। प्रेरित किया सी इसनूं इंग्लैंड के फेमस साहित्यकार चौसर नूं कैंटरबरी टेल्स रचना लई। ठीक है। जो इंग्लैंड का बहुत ही फेमस साहित्यकार होया चौसर, उसनूं इसने बहुत ही प्रभावित किया, जो कि इसों प्रभावित होकर जिसने रचना करी सी कैंटरबरी टेल्स की। किस तो? बोकासियो तो प्रभावित हो गए। लौकिक विचारां लई प्रसिद्ध रचना दी जिहड़ी उसका नाम है जो जीनोलॉजी ऑफ दी गॉड्स। जीनोलॉजी ऑफ दी गॉड्स बोकासियो की जिहड़ी पुस्तक है वो जी लौकिक विचारां नाल संबंधित है ते ज्ञान किवें मनुख नूं गुणवान ते बुद्धिमान बनाउंदा उसने इस दे विच गल करी। ते इसकी मौत हो जाती है जी 1375 नूं इटली दे विच। लैक्चर भी काफ़ी लेंथी चला गया है ना। निकोलो मैकियावेली सब तो प्रसिद्ध विद्वान है, रहण वाला सी फ्लोरेंस का। सरकारी नौकरी की ने सकत्तर वजों, अध्ययन किया ने लतीनी यूनानी साहित्य का। विरोधी चर्च ते प्रचलित बुराइयां का सी ये। इतालवी भाषा च नाटक लिखिया किसने जी? निकोलो मैकियावेली ने। विरोधी कहता सी चर्च ते प्रचलित बुराइयां का। इतालवी भाषा च की लिखिया सी? नाटक मैकियावेली ने। ते उस नाटक का नाम सी मैंड्रागोला। मैंड्रागोला जो कि समकाली समाज से व्यंग कसदा सी। फ्लोरेंस गणतंत्र का इतिहास भी उसने लिखिया। जो प्रसिद्ध मैकियावेली की रचना वो है जी दा प्रिंस। रचना जिहड़ी यह राजनीतिक प्रशासनिक कामां दा अलेख है दा प्रिंस दे विच राजनीति नूं धर्म शास्त्र तो अलग किया इसने। पुनर्जागरण का वास्तविक प्रतिनिध मन्निया जाता मैकियावेली नूं, जो तर्कवाद, मानवतावाद ते व्यक्तिवाद, यथार्थवाद ते राष्ट्रवाद का बहुत ही वड्डा समर्थक सी मैकियावेली। इतालवी विद्वान ਜਿਹੜੇ ਹੋਰ ਹੋਏ ਨੇ ਇਹਨਾਂ ਤੋਂ ਬਿਨਾਂ, ਇਹ ਤਾਂ ਬਹੁਤ ਹੀ ਅਹਿਮ ਰਹੇ ਸੀ, ਪ੍ਰਸਿੱਧ ਸੀ। ਉਹ ਸੀ ਕਲੋਸੀਓ ਮੁਲਤਾਤੀ ਤੇ ਵਿਆਰਦੋ, ਐਂਗਲੋ ਪੀਲੀ, ਜਿਆਨੋ, ਲੁਦੋਵਿਕੋ ਆਰਿਓਸਤੋ ਪ੍ਰਸ਼ਟੂ ਲਿਖਿਆ। ਫਰਾਂਸੀਸੀ ਸਾਹਿਤ। ਹੁਣ ਆਪਾਂ ਗੱਲ ਕਰਾਂਗੇ ਫਰਾਂਸੀਸੀ ਸਾਹਿਤ। ਉਹ ਇਟਲੀ ਦਾ ਸਾਹਿਤ ਸੀ ਜੀ। ਨੰਬਰ 1 ਤੇ ਜੀ ਫਰਾਂਸਿਸ ਰੈਵੇਲਾਈਸ जो कि 1495 तो 1553 तक रहा। ਉਹਦੀ रचना सी जी गरगंतुआ, व्यंगात्मक सी गरगंतुआ। फ्रांसिस रैवेलाइस की रचना जी। माइकल सैकेंड है जी फ्रांसीसी जो सी विद्वान। माइकल दा मतेन 1533 तो 1592 तक रहा। ये एक निबंध लेखक सीगा। नैक्सट आपां गल करते हैं जी अंग्रेजी साहित्य की। अंग्रेजी साहित्य दे विच इटली दा जो सी जोफरे चौसर बोकासियो तो बहुत प्रभावित होया सी। ठीक है। जो बोकासियो इटली दे रहण वाला सी, बोकासियो उस तो प्रभावित होया सी जोफरे चौसर। आपां पहले ही गल कर चुके हैं चौसर के बारे कि जिसने कैंटरबरी दी टेल्स की रचना की सी। किस तो प्रभावित होकर? बोकासियो तो। चौसर ने 1340 तो लैके 1440 तक का समा सी ते इंग्लैंड के रहण वाला सी चौसर।
ਤੇ ਜੋ ਕਿ ਪ੍ਰਭਾਵਿਤ ਹੋਇਆ ਸੀ ਇਟਲੀ ਦੇ ਵਿਕਾਸੀਏ ਤੋਂ। ਰਚਨਾ ਸੀ ਜੀ ਕੈਂਟਰਬਰੀ ਟੇਲਸ। ਇੰਗਲੈਂਡ ਦਾ ਦੂਜਾ ਪ੍ਰਸਿੱਧ ਸਾਹਿਤਕਾਰ ਸੀ ਟਾਮਸ ਮੂਰ, ਜਿਸ ਦਾ ਟਾਈਮ ਪੀਰੀਅਡ ਸੀ 1478 ਤੋਂ 1538 ਤੱਕ ਦਾ। ਉਸਨੇ ਟਾਮਸ ਮੂਰ ਨੇ ਰਚਨਾ ਕਰੀ ਸੀ ਜੀ ਯੂਟੋਪੀਆ ਦੀ, ਜਿਸ ਦੇ ਵਿੱਚ ਆਧੁਨਿਕ ਵਿਚਾਰਾਂ ਦਾ ਵਰਣਨ ਕੀਤਾ ਗਿਆ ਸੀ ਤੇ ਜਿਸ ਨੇ ਪੁਨਰ ਜਾਗਰਣ ਵਿੱਚ ਅਹਿਮ ਯੋਗਦਾਨ ਪਾਇਆ। ਐਡਮੰਡ ਸਪੈਂਸਰ 1522 ਤੋਂ ਲੈ ਕੇ 1599 ਤੱਕ ਰਿਹਾ। ਉਸਦੀ ਰਚਨਾ ਸੀ ਫੇਰੀ ਕੁਈਨ। ਐਡਮੰਡ ਸਪੈਂਸਰ ਦੀ ਪ੍ਰਿੰਸ ਆਰਥਰ ਦੇ ਸਦਾਚਾਰਕ ਜੀਵਨ ਨੂੰ ਉਸਨੇ ਇਸ ਵਿੱਚ ਪੇਸ਼ ਕੀਤਾ ਸੀ। ਫ੍ਰਾਂਸਿਸ ਬੇਕਨ 1561 ਤੋਂ 1526 ਤੱਕ ਲੇਖਾਂ 'ਚ ਆਦਰਸ਼ ਰਾਜ ਦੇ ਨਿਰਮਾਣ ਦੀ ਭਾਵਨਾ ਇਹਨੇ ਪੇਸ਼ ਕੀਤੀ ਹੈ। ਸਭ ਤੋਂ ਮਹਾਨ ਸਾਹਿਤਕਾਰ ਹੋਇਆ ਜੀ 1564 ਤੋਂ ਲੈ ਕੇ 1616 ਤੱਕ ਦਾ ਵਿਲੀਅਮ ਸ਼ੇਕਸਪੀਅਰ। ਦੁਖਾਂਤ ਸੁਖਾਂਤ ਦੋਨਾਂ ਤਰ੍ਹਾਂ ਦੇ ਨੇ ਨਾਟਕ ਲਿਖੇ, ਦੁਖਾਂਤਕ ਵੀ ਸੁਖਾਂਤਕ ਵੀ। ਵਿਲੀਅਮ ਸ਼ੇਕਸਪੀਅਰ 1564 ਤੋਂ 1616 ਤੱਕ ਤੇ ਕੁੱਲ ਇਸਨੇ ਲਿਖਿਆ ਜੀ 38 ਨਾਟਕ। ਮਰਚੈਂਟ ਆਫ ਵੀਨਸ, ਰੋਮੀਓ ਜੂਲੀਅਟ, ਹੈਮਲੇਟ ਤੇ ਮੈਕਬਥ, ਇਹ ਜਿਹੜੇ ਇਹਦੇ ਬਹੁਤ ਹੀ ਪ੍ਰਸਿੱਧ ਨਾਟਕ ਹੋਏ ਨੇ ਤੇ ਇਹਨਾਂ ਦੇ ਨਾਮ ਤੁਹਾਨੂੰ ਆਉਂਦੇ ਹੀ ਹੋਣਗੇ, ਜਿਵੇਂ ਮਰਚੈਂਟ ਆਫ ਵੀਨਸ, ਰੋਮੀਓ ਜੂਲੀਅਟ, ਹੈਮਲੇਟ, ਮੈਕਬਥ, ਠੀਕ ਹੈ ਨਾ। ਇਸ ਤੋਂ ਇਲਾਵਾ ਹੁਣ ਇਸਨੇ 38 ਜਿਹੜੇ ਆਪਾਂ ਕਹੀਏ ਟੋਟਲ ਲਿਖੇ ਸੀ, ਜਿਹਦੇ ਵਿੱਚੋਂ ਪ੍ਰਸਿੱਧ ਇਹ ਸੀਗੇ ਨਾਟਕ ਸ਼ੇਕਸਪੀਅਰ ਨੇ ਲਿਖੇ ਸੀ ਜੀ, ਇਹਨਾਂ ਨੂੰ ਯਾਦ ਕਰ ਲੈਣਾ। ਹੋਰ ਭਾਸ਼ਾਵਾਂ 'ਚ ਵੀ ਜਿਹੜਾ ਸਾਹਿਤ ਆ ਉਹ ਛਪਿਆ, ਜਿਵੇਂ ਹਾਲੈਂਡ ਦਾ ਪ੍ਰਮੁੱਖ ਸਾਹਿਤਕਾਰ ਸੀ ਏਰਾਸਮਸ, ਡੇਰੀਅਸ ਏਰਾਸਮਸ ਸੀ ਉਹਦਾ ਪੂਰਾ ਨਾਮ। 1466 ਤੋਂ 1536 ਤੱਕ ਰਿਹਾ ਜੀ। ਯੂਰਪ ਦਾ ਵਿਦਵਾਨ ਕਿਹਾ ਜਾਂਦਾ ਇਸ ਨੂੰ, ਏਰਾਸਮਸ ਨੂੰ ਕੀ ਕਿਹਾ ਜਾਂਦਾ ਜੀ? ਯੂਰਪ ਦਾ ਵਿਦਵਾਨ। ਪ੍ਰਸਿੱਧ ਰਚਨਾ ਸੀ ਇਨ ਪ੍ਰੇਜ਼ ਆਫ ਫੋਲੀ। ਇਨ ਪ੍ਰੇਜ਼ ਆਫ ਫੋਲੀ ਜਿਹੜੀ ਸੀਗੀ ਉਹ ਏਰਾਸਮਸ ਦੀ ਰਚਨਾ ਸੀ ਤੇ ਬਾਈਬਲ ਤੋਂ ਬਾਅਦ ਇਹ ਪੁਸਤਕ ਸਭ ਤੋਂ ਵੱਧ ਵਿਕਣ ਵਾਲੀ ਪੁਸਤਕ ਸੀਗੀ ਇਨ ਪ੍ਰੇਜ਼ ਆਫ ਫੋਲੀ, ਜੋ ਕਿ ਲਿਖੀ ਸੀ ਏਰਾਸਮਸ ਨੇ, ਤੇ ਬਾਈਬਲ ਤੋਂ ਬਾਅਦ ਜਿਹੜੀ ਸਭ ਤੋਂ ਵੱਧ ਵਿਕੀ ਪੁਸਤਕ ਉਹ ਇਹ ਸੀਗੀ ਏਰਾਸਮਸ ਦੀ। ਨੈਕਸਟ ਹੈ ਜੀ ਮਾਰਟਨ ਲੂਥਰ। 1483 ਤੋਂ ਲੈ ਕੇ 1546 ਤੱਕ ਰਿਹਾ। ਜਰਮਨ ਦੇ ਰਹਿਣ ਵਾਲਾ ਸੀ। ਜੌਨ ਰਿਊਸਲਨ ਰੋਡਲਫਸ ਐਗਰੀਕੋਲਾ, ਜੌਨ ਰਿਊਸਲਨ ਉਲਰਿਚ ਵਾਲਹਟਨ, ਇਹ ਜਰਮਨ ਦੇ ਸੀਗੇ। ਹੋਰ ਜਿਹੜੇ ਵਿਦਵਾਨ ਹੋਏ ਨੇ, ਠੀਕ ਹੈ। ਮਹਾਨ ਸੀਗਾ ਮਾਰਟਨ ਲੂਥਰ। ਸਪੇਨ 'ਚ ਸਰਬਾ ਤੇਜ਼ 1547 ਚ ਲੈ ਕੇ 1616 ਤੱਕ ਰਿਹਾ। ਉਸਦੀ ਜਿਹੜੀ ਰਚਨਾ ਸੀ ਡੌਨ ਕੁਇਕਸੋਟ ਸੀਗੀ ਜਿਹੜੀ ਰਚਨਾ, ਉਹ ਸੀ ਸਰਬਾ ਤੇਜ਼ ਦੀ ਡੌਨ ਕੁਇਕਸੋਟ। ਪੁਰਤਗਾਲੀ ਵਿਦਵਾਨ ਜੋ ਹੋਏ ਨੇ ਉਹਨਾਂ ਦਾ ਟਾਈਮ ਪੀਰੀਅਡ ਹੈ ਜੀ 1524 ਤੋਂ 1580। ਲੂਸੀਆਰਡਸ, ਲੂਈ ਦਾ ਕੋਮੀਏਸ ਗ੍ਰੰਥ ਲਿਖਿਆ ਲੂਸੀਆਰਡਸ ਨੇ, ਪੁਰਤਗਾਲੀ ਵਿਦਵਾਨ ਸੀ ਜੀ ਇਹ। ਕਲਾ ਦੇ ਖੇਤਰ ਦੀ ਗੱਲ ਕਰੀਏ ਆਪਾਂ, ਇਹ ਤਾਂ ਸੀ ਸਾਹਿਤ ਦੇ ਖੇਤਰ ਵਿੱਚ, ਤਾਂ ਇਸਨੇ ਵੀ ਜਿਹੜਾ ਆਪਾਂ ਕਹੀਏ ਬਹੁਤ ਅਹਿਮ ਯੋਗਦਾਨ ਪਾਇਆ ਪੁਨਰ ਜਾਗਰਣ ਦੇ ਵਿੱਚ। ਚਿੱਤਰਾਂ ਦੀਆਂ ਵਿਸ਼ੇਸ਼ਤਾਵਾਂ ਸੀ ਮੋਹਰਾ ਕਸ਼ੀ, ਪੱਕੇ ਰੰਗ ਤੇ ਲੱਕੜੀ ਦੇ ਟੋਟੇ, ਜੋ ਪਹਿਲਾਂ ਵਾਲੀ ਚਿੱਤਰਕਲਾ ਸੀਗੀ ਪੁਨਰ ਜਾਗਰਣ ਤੋਂ। ਲਿਓਨਾਰਦੋ ਦਾ ਵਿੰਸੀ ਜੋ ਕਿ ਬਹੁਤ ਹੀ ਫੇਮਸ ਚਿੱਤਰਕਾਰ ਸੀ, ਫਲੋਰੈਂਸ ਸ਼ਹਿਰ ਦੇ ਰਹਿਣ ਵਾਲਾ ਸੀ। 1452 ਤੋਂ ਲੈ ਕੇ 1519 ਤੱਕ ਦਾ ਜਿਹੜਾ ਟਾਈਮ ਪੀਰੀਅਡ ਆ ਲਿਓਨਾਰਦੋ ਦਾ ਵਿੰਸੀ ਦਾ। ਇੱਕ ਚਿੱਤਰਕਾਰ ਸੀ, ਮੂਰਤੀਕਾਰ ਸੀ, ਸੰਗੀਤਕਾਰ ਸੀ, ਵਿਚਾਰਕ ਵੀ ਸੀ ਤੇ ਵਿਗਿਆਨੀ ਸੀ ਨਾਲ ਦੀ ਨਾਲ। ਉਸਦੀ ਜਿਹੜੀ ਮਹਾਨ ਆਪਾਂ ਕਹਿ ਦਈਏ ਚਿੱਤਰਕਾਰੀ ਉਹ ਮੋਨਾਲੀਸਾ ਗੀ ਇੱਕ ਤਸਵੀਰ ਹੈ। ਇਸ ਪੇਂਟਿੰਗ ਦੇ ਬਾਰੇ ਆਪਾਂ ਪੜ੍ਹਦੇ ਹਾਂ ਬਾਅਦ ਵਿੱਚ। ਪਹਿਲਾਂ ਉਹਨਾਂ ਦੀ ਜਿਹੜੀਆਂ ਮਹਾਨ ਕਿਰਤਾਂ ਉਹਨਾਂ ਬਾਰੇ ਗੱਲ ਕਰ ਲਈਏ। ਦੀ ਲਾਸਟ ਸਫਰ ਉਹਨਾਂ ਦੀ ਜਿਹੜੀ ਇੱਕ ਬਹੁਤ ਹੀ ਮਹਾਨ ਪੁਸਤਕ ਸੀ। ਇਸ ਤੋਂ ਇਲਾਵਾ ਦਾ ਵਰਜਨ ਆਫ ਰੌਕਸ ਤਿੰਨ ਸੀਗੀਆਂ ਇਹਨਾਂ ਦੀਆਂ ਮਹਾਨ ਕਿਰਤਾਂ ਸੀ ਜਿਹੜੀਆਂ, ਮੋਨਾਲੀਸਾ, ਦਾ ਲਾਸਟ ਸਫਰ ਤੇ ਵਰਜਨ ਆਫ ਰੌਕਸ, ਜੋ ਕਿ ਕਿਸ ਦੀਆਂ ਸਨ? ਲਿਓਨਾਰਦੋ ਦਾ ਵਿੰਸੀ, ਜੋ ਕਿ ਫਲੋਰੈਂਸ ਸ਼ਹਿਰ ਦੇ ਰਹਿਣ ਵਾਲਾ ਸੀ। ਹਾਂਜੀ, ਜੋ ਇਹ ਲਿਓਨਾਰਦੋ ਵਿੰਸੀ ਦੀ ਜਿਹੜੀ ਪੇਂਟਿੰਗ ਸੀ ਮੋਨਾਲੀਸਾ, ਇੱਕ ਦੇ ਵਿੱਚ ਇੱਕ ਇਸਤਰੀ ਦਾ ਚਿੱਤਰ ਹੈ ਜੋ ਕਿ ਭੇਦ ਭਰੀ ਮੁਸਕਾਨ ਦੇ ਵਿੱਚ ਹੈ, ਜੋ ਕਿ ਮਨੁੱਖ ਦੀਆਂ ਭਾਵਨਾਵਾਂ ਨੂੰ ਬਿਆਨ ਕਰਦਾ। ਜਿਸ ਤਰ੍ਹਾਂ ਮਨ ਕਰਦਾ ਉਸ ਤਰ੍ਹਾਂ ਉਸਨੂੰ ਸਮਝਦਾ। ਉਸ ਪੇਂਟਿੰਗ ਨੂੰ ਇੱਕ ਭੇਦ ਭਰੀ ਮੁਸਕਾਨ ਹੈ ਉਸ ਦੇ ਵਿੱਚ ਇਸਤਰੀ ਦੀ। ਅਤੇ ਜਿਹੜੀ ਪੇਂਟਿੰਗ ਹੈ ਬਹੁਤ ਹੀ ਫੇਮਸ ਅਤੇ ਲੰਬੀ ਹੈ ਜੀ 2 ਫੁੱਟ 4 ਇੰਚ। ਪੈਰਿਸ ਦੇ ਅਜਾਇਬ ਘਰ ਦੇ ਵਿੱਚ ਹੈ ਇਹ। ਅੱਜ ਕੱਲ੍ਹ 1911 'ਚ ਚੋਰੀ ਹੋ ਗਈ ਸੀ
ਤੇ 2 ਸਾਲਾਂ ਬਾਅਦ ਮਿਲੀ ਸੀ ਫਲੋਰੈਂਸ ਦੇ ਸ਼ਹਿਰ ਤੋਂ। ਤੇ ਇਸ ਨੂੰ ਵੀ ਧਿਆਨ ਨਾਲ ਕਰ ਲੈਣਾ। 1911 ਚ ਇਹ ਚੋਰੀ ਵੀ ਹੋਈ ਸੀ। ਦਾ ਲਾਸਟ ਸਪਰ ਆ ਜਿਹੜੀ ਉਹ ਮਾਨਵਤਾਵਾਦੀ ਭਾਵਨਾਵਾਂ ਨੂੰ ਪ੍ਰਗਟ ਕਰਦੀ ਹੈ ਤੇ ਇਹਦੇ ਵਿੱਚ ਇਸ ਦੇ ਵਿੱਚ ਕੀ ਪੇਸ਼ ਕੀਤਾ ਗਿਆ ਜੀ, ਜਿਹੜੇ ਈਸਾ ਮਸੀਹ ਉਹਨਾਂ ਨੂੰ ਆਪਣੇ ਚੇਲਿਆਂ ਨਾਲ ਆਖਰੀ ਭੋਜਨ ਕਰਦੇ ਹੋਏ ਵਿਖਾਇਆ ਗਿਆ ਤੇ ਈਸਾ ਮਸੀਹ ਦੇ ਚਿਹਰੇ ਉੱਤੇ ਸ਼ਾਂਤੀ ਦੇ ਭਾਵ ਪ੍ਰਗਟ ਨੇ, ਜਦ ਕਿ ਜਿਹੜੇ ਉਹਨਾਂ ਦੇ ਚੇਲੇ ਆ ਉਹਨਾਂ ਦੇ ਚਿਹਰਿਆਂ ਤੇ ਨਿਰਾਸ਼ਾ ਭਰੀ ਹੋਈ ਆ। ਉਹਨਾਂ ਭਾਵਨਾਵਾਂ ਦੀ ਜਿਹੜੀ ਝਲਕ ਮਿਲਦੀ ਹੈ ਦਾ ਲਾਸਟ ਸਪਰ ਚੋਂ ਮਿਲਦੀ ਹੈ ਜੀ। ਨੈਕਸਟ ਜੀ ਮਾਈਕਲ ਐਂਜਲੋ 1475 ਤੋਂ 1564 ਤੱਕ ਇੱਕ ਚਿੱਤਰਕਾਰ ਵੀ ਸੀ, ਕਵੀ ਵੀ ਸੀ, ਭਵਨ ਨਿਰਮਾਣਕਾਰ, ਮੂਰਤੀਕਾਰ, ਇੰਜੀਨੀਅਰ ਸੀ। ਐਂਜਲੋ ਸੀ ਜਿਹੜੇ ਉਹਨਾਂ ਨੇ ਚਿੱਤਰਕਾਰ ਦੇ ਰੂਪ ਵਿੱਚ ਬਹੁਤ ਹੀ ਪ੍ਰਸਿੱਧੀ ਜਿਹੜੀ ਹਾਸਲ ਕੀਤੀ ਸੀ ਤੇ ਉਹਨਾਂ ਨੇ ਸਿਸਤਾਈਨ ਚੈਪਲ ਦੀ ਜਿਹੜੀ ਛੱਤ ਆ ਉਹਦੇ ਉੱਤੇ ਮੋਹਰਾ ਕੱਸੀ ਚਿੱਤਰ ਹਨ ਉਹ ਬਣਾਏ ਸੀ ਤੇ ਇਹ ਚਿੱਤਰ ਸੀ ਜੀ 145। ਕਿਸ ਨੇ ਬਣਾਏ ਸੀ? ਐਂਜਲੋ ਨੇ। ਨੈਕਸਟ ਹੈ ਜੀ ਸਾਂਜੀਓ ਰਫੇਲ। ਸਾਂਜੀਓ ਰਫੇਲ 1483 ਤੋਂ 1520 ਤੱਕ ਰਿਹਾ। ਇਹ ਇੱਕ ਚਿੱਤਰਕਾਰ ਸੀ ਜਿਸ ਨੇ ਸੰਜੀਵਤਾ ਤੇ ਸੁੰਦਰਤਾ ਨੂੰ ਵੱਖ-ਵੱਖ ਰੰਗਾਂ ਦੀ ਵਰਤੋਂ ਦੁਆਰਾ ਪੇਸ਼ ਕੀਤਾ। ਆਪਣੀਆਂ ਜਿਹੜੀਆਂ ਚਿੱਤਰਕਾਰੀ ਸੀਗੀਆਂ, ਆਪਣੀਆਂ ਜਿਹੜੀਆਂ ਪੇਂਟਿੰਗ ਸੀ ਉਹਨਾਂ ਦੇ ਥਰੂ। ਸ੍ਰੇਸ਼ਟ ਈਸਾ ਮਸੀਹ ਦੀ ਮਾਤਾ ਮਡੋਨਾ ਮਰੀਅਮ ਦਾ ਇਹਨਾਂ ਨੇ ਚਿੱਤਰ ਬਣਾਇਆ ਸੀ ਜੋ ਸਭ ਤੋਂ ਉੱਤਮ ਮੰਨਿਆ ਗਿਆ। ਈਸਾ ਮਸੀਹ ਦੀ ਮਾਤਾ ਮਡੋਨਾ, ਜਿਸ ਨੂੰ ਆਪਾਂ ਮਰੀਅਮ ਵੀ ਕਹਿ ਦਿੰਦੇ ਆ, ਉਹਨਾਂ ਦਾ ਚਿੱਤਰ ਬਣਾਇਆ ਸੀਗਾ ਕਿਸ ਨੇ ਜੀ? ਸਾਂਜੀਓ ਰਫੇਲ ਨੇ, ਜੋ ਕਿ ਬਹੁਤ ਹੀ ਅਹਿਮ ਕਿਰਤ ਸੀ ਉਹਨਾਂ ਦੀ, ਕਿਰਤ ਸੀਗੀ ਸੋਰੀ। ਨੈਕਸਟ ਹੈ ਜੀ ਤਤੀਅਨ। ਤਤੀਅਨ 1477 ਤੋਂ 1576 ਤੱਕ ਰਿਹਾ ਤੇ ਵੇਨਸ ਦੀ ਚਿੱਤਰਕਲਾ ਸ਼ੈਲੀ ਦਾ ਮੁੱਖ ਪ੍ਰਤੀਨਿਧ ਸੀ ਇਹ। ਇੰਜੈਕਸ਼ਨ ਆਫ ਦਾ ਵਰਜਨ ਸੀਗੀ ਜਿਹੜੀ ਇਹਦੀ ਪੁਸਤਕ ਸੀ, ਰਚਨਾ ਸੀਗੀ। ਤੇ ਜਰਮਨੀ 'ਚ ਐਲਬਰਕਰਟ, ਡੁਰੇਰ, ਹੋਲਵੇਨ, ਸਪੇਨ 'ਚ ਵਾਲਸਕੁਏਜ਼ ਤੇ ਮਰੂਲੋ ਤੇ ਹਾਲੈਂਡ 'ਚ ਰੂਵੇਨਸ ਤੇ ਵੇਨ ਡਾਈਕ, ਇਹ ਵੀ ਜਿਹੜੇ ਸੀਗੇ ਚਿੱਤਰਕਾਰੀ ਦੇ ਖੇਤਰ ਵਿੱਚ ਇਹਨਾਂ ਨੇ ਨਾਮ ਕਮਾਇਆ। ਪੁਨਰ ਜਾਗਰਣ ਦੇ ਲਈ ਲੈਕਚਰ ਵੀ ਕਾਫੀ ਆਪਣਾ ਲੈਂਥੀ ਚਲਿਆ ਗਿਆ, ਕੋਈ ਗੱਲ ਨਹੀਂ, ਪਰ ਆਪਾਂ ਅੱਜ ਕੰਪਲੀਟ ਕਰਕੇ ਰਹਾਂਗੇ ਜਿਹੜਾ ਪੁਨਰ ਜਾਗਰਣ ਪੀਰੀਅਡ ਹੈ। ਮੂਰਤੀ ਕਲਾ ਇਟਲੀ ਦੇ 4 ਮੂਰਤੀਕਾਰ ਹੋਏ ਨੇ ਜੀ। ਲੋਰੇਂਜੋ ਗਿਵਰਟੀ ਪਹਿਲਾ ਜੀ ਜਿਹੜਾ 1378 ਤੋਂ 1454 ਤੱਕ ਰਿਹਾ। ਦੋਨਾਤੇਲੋ 1386 ਤੋਂ 1466 ਤੱਕ ਰਿਹਾ। ਲੂਕਾ ਚੇਲਾ ਰੂਬੀਆ ਸੀ 1399 ਤੋਂ 1482 ਤੱਕ ਰਿਹਾ ਜੀ। ਮਾਈਕਲ ਐਂਜਲੋ 1475 ਤੋਂ 1564 ਤੱਕ। ਤੇ ਕੇਂਦਰ ਪ੍ਰਮੁੱਖ ਰਹੇ ਮੂਰਤੀ ਕਲਾ ਦੇ ਫਲੋਰੈਂਸ ਤੇ ਵੇਨਿਸ। ਫਲੋਰੈਂਸ 'ਚ ਡੇਵਿਡ ਅਤੇ ਮੋਸ਼ੇਸ ਦੀਆਂ ਜਿਹੜੀਆਂ ਮੂਰਤੀਆਂ ਅਤੇ ਉੱਥੋਂ ਦੇ ਬਪਤਿਸਮਾ ਘਰ ਦੇ ਸੁੰਦਰ ਦਰਵਾਜ਼ੇ ਬਹੁਤ ਹੀ ਫੇਮਸ ਹੋਏ। ਵੇਨਿਸ ਵਿਖੇ ਸੇਂਟ ਜਾਰਜ ਅਤੇ ਸੇਂਟ ਮਾਰਕ ਦੀਆਂ 2 ਪੂਰੇ ਆਕਾਰ ਵਾਲੀਆਂ ਮੂਰਤੀਆਂ ਜਿਹੜੀਆਂ ਬਹੁਤ ਪ੍ਰਸਿੱਧ ਹੋਈਆਂ। ਸਪੇਨ 'ਚ ਰਾਣੀ ਇਸਾਬੇਲਾ, ਸਮਰਾਟ ਫਰਡੀਨੈਂਡ ਦੀਆਂ ਸਮਾਧੀਆਂ ਵਿੱਚ ਮੂਰਤੀ ਕਲਾ ਜਿਹੜੀ ਉਹ ਦੇਖਣ ਨੂੰ ਮਿਲੀ ਆ। ਇੰਗਲੈਂਡ ਦੇ ਹੈਨਰੀ 7ਵੇਂ, ਫਰਾਂਸ ਤੇ ਫਰਾਂਸਿਸ ਪਹਿਲੇ ਨੇ ਵੀ ਜਿਹੜੀ ਮੂਰਤੀਕਾਰੀ ਵਿੱਚ ਅਹਿਮ ਯੋਗਦਾਨ ਪਾਇਆ। ਜੇਕਰ ਆਪਾਂ ਭਵਨ ਉਸਾਰੀ ਕਲਾ ਦੀ ਗੱਲ ਕਰੀਏ ਤਾਂ ਭਵਨ ਉਸਾਰੀ ਕਲਾ ਦੀ ਜਿਹੜੀ ਜ਼ਿਕਰ ਹੈ ਜੇ ਆਪਾਂ ਕਹੀਏ ਦੇਖਿਆ ਜਾਂਦਾ ਜੋ ਉਹ ਰੋਮ ਸੇਂਟ ਪੀਟਰ ਗਿਰਜਾ ਘਰ ਵਿੱਚ ਹੈ ਜੀ। ਤੇ ਨਿਰਮਾਤਾ ਸੀ ਜਿਹੜਾ ਆਪਾਂ ਕਹੀਏ ਜਾਂ ਨਿਰਮਾਤਾ ਮੰਨ ਲਿਓ ਜਾਂ ਜਿਹਦੀ ਦੇਖ ਰੇਖ ਵਿੱਚ ਕੰਮ ਹੋਇਆ ਉਹ ਸੀ ਜੀ ਬਰਾਮ। ਅਤੇ 1444 ਤੋਂ 1514 ਤੱਕ ਉਹਦਾ ਟਾਈਮ ਪੀਰੀਅਡ ਸੀ। ਤੇ ਇਸ ਦਾ ਜਿਹੜਾ ਵਿਸ਼ਾਲ ਗੋਵਿੰਦ ਆ ਉਹ ਮਾਈਕਲ ਐਂਜਲੋ ਦੀ ਦੇਖ ਰੇਖ ਦੇ ਵਿੱਚ ਤਿਆਰ ਕੀਤਾ ਗਿਆ ਭਵਨ ਦਾ, ਪੀਟਰ ਜਿਹੜਾ ਸੇਂਟ ਪੀਟਰ ਗਿਰਜਾ ਘਰ ਆ ਉਸ ਦਾ। ਤੇ ਸੰਗਮਰ ਪੱਚੀਕਾਰੀ ਅਤੇ ਦੀਵਾਰਾਂ ਤੇ ਚਿੱਤਰਕਾਰੀ ਕੀਤੀ ਗਈ ਹੈ। ਇਸ ਇਮਾਰਤ ਨੂੰ ਪੁਨਰ ਜਾਗਰਣ ਦੇ ਨਵੇਂ ਸੱਭਿਆਚਾਰ ਦਾ ਚਿੰਨ੍ਹ ਮੰਨਿਆ ਜਾਂਦਾ। ਠੀਕ ਹੈ, ਤਾਂ ਉਹ ਪੁੱਛ ਲੈਂਦੇ ਕਿ ਪੁਨਰ ਜਾਗਰਣ ਦੇ ਨਵੇਂ ਸੱਭਿਆਚਾਰ ਦਾ ਚਿੰਨ੍ਹ ਕਿਸ ਨੂੰ ਮੰਨਿਆ ਜਾਂਦਾ? ਰੋਮ ਦੇ ਸੇਂਟ ਪੀਟਰਸ ਗਿਰਜਾ ਘਰ ਨੂੰ। ਤੇ ਕ੍ਰਿਸਟੋਫਰ ਰੇਨ ਸੀਗੇ ਜੋ ਉਹਨਾਂ ਨੇ ਵੀ ਇੱਕ ਹੋਰ ਬਣਾਇਆ ਸੀਗਾ ਸੇਂਟ ਪੌਲ ਗਿਰਜਾ ਘਰ ਦੀ ਸਥਾਪਨਾ ਉਹਨਾਂ ਨੇ ਵੀ ਕੀਤੀ ਸੀ। ਸੰਗੀਤ ਕਲਾ ਦੇ ਵਿੱਚ ਇੰਗਲੈਂਡ 'ਚ ਆਸ਼ਕਾਨਾ ਗੀਤ ਗਾਏ ਜਾਂਦੇ ਸੀ। ਫਰਾਂਸ ਲਘੂ ਗੀਤ ਸੀ। ਜਰਮਨੀ ਵੈਲਡ ਦੀ ਕਿਸਮ ਦੇ ਗੀਤ ਗਾਉਂਦੇ ਸੀ ਜਰਮਨ ਵਿੱਚ। ਗਿਓਵਨੀ ਪਲੈਸਟਰਾਈਨਾ 1526 ਤੋਂ 1594 ਤੱਕ ਇਟਲੀ ਦਾ ਬਹੁਤ ਹੀ ਵੱਡਾ ਸੰਗੀਤਕਾਰ, ਵਧੀਆ ਸੰਗੀਤਕਾਰ ਰਿਹਾ ਜੀ। ਵਿਗਿਆਨਿਕ ਖੇਤਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਖਗੋਲ ਵਿਗਿਆਨ ਦੀ ਗੱਲ ਕਰਦੇ ਹਾਂ। ਪਹਿਲਾਂ ਯੂਨਾਨੀ ਖਗੋਲੀ ਸ਼ਾਸਤਰੀ ਸੀ ਜੀ ਪਟੋਲਮੀ ਉਸ ਸਮੇਂ। ਨਿਕੋਲਸ ਕੋਪਰਨੀਕਸ 1473 ਤੋਂ 1543 ਤੱਕ ਰਿਹਾ। ਪ੍ਰਚਲਿਤ ਸਿਧਾਂਤ ਸੀ ਕਿ ਧਰਤੀ ਦੇ ਆਲੇ ਦੁਆਲੇ, ਧਰਤੀ ਸਾਰੇ ਗ੍ਰਹਿਆਂ ਦਾ ਕੇਂਦਰ ਅਤੇ ਸਾਰੇ ਗ੍ਰਹਿ ਕਿਹਦੇ ਆਲੇ ਦੁਆਲੇ ਘੁੰਮਦੇ ਆ? ਧਰਤੀ ਦੇ। ਸੂਰਜ ਅਤੇ ਦੂਜੇ ਗ੍ਰਹਿ ਦੇ ਦੁਆਲੇ ਵੀ ਘੁੰਮਦੇ ਹਨ। ਜਿਹੜੀ ਨਿਕੋਲਸ ਕੋਪਰਨੀਕਸ ਸੀ ਇਹਨਾਂ ਨੇ ਦੱਸਿਆ ਕਿ ਵੀ ਸੂਰਜ ਕੇਂਦਰ ਆ, ਹੈ ਨਾ।
ਤਾਂ ਉਹਨਾਂ ਦੀ ਪੁਸਤਕ ਸੀ ਦ ਰਿਵੈਲੂਏਸ਼ਨਸ ਆਫ ਦ ਹੈਵਨਲੀ ਔਰਬਿਸ ਕੋਪਰਨਿਕਸ ਦੀ, ਤੇ ਉਹਨਾਂ ਦੀ ਮੌਤ ਤੋਂ ਬਾਅਦ ਇਹ ਪ੍ਰਕਾਸ਼ਿਤ ਹੁੰਦੀ ਆ। ਸਮਰਥਨ ਕੀਤਾ ਸੀ ਜੌਨ ਕੇਪਲਰ ਤੇ ਗਲੀਲੀਓ ਨੇ ਇਹਨਾਂ ਦਾ। ਜੌਨ ਕੇਪਲਰ 1571 ਤੋਂ 1642 ਤੱਕ ਇਹਨਾਂ ਦਾ ਜਿਹੜਾ ਟਾਈਮ ਪੀਰੀਅਡ ਸੀ। ਜਰਮਨ ਵਿਗਿਆਨੀ ਸੀ। ਕੋਪਰਨਿਕਸ ਦੀ ਵਿਚਾਰਧਾਰਾ ਨੂੰ ਗ੍ਰਿਹਤ ਨਿਯਮਾਂ ਰਾਹੀਂ ਸਹੀ ਸਾਬਤ ਕਰਨ ਦਾ ਇਹਨਾਂ ਨੇ ਯਤਨ ਕੀਤਾ ਸੀ। ਗਲੀਲੀਓ 1564 ਤੋਂ 1642 ਤੱਕ ਰਿਹਾ। ਇਟਲੀ ਦਾ ਰਹਿਣ ਵਾਲਾ ਸੀ। ਦੂਰਬੀਨ ਦੀ ਖੋਜ ਕੀਤੀ ਸੀ ਇਸਨੇ। ਸੂਰਜ ਬ੍ਰਹਿਮੰਡ ਦਾ ਕੇਂਦਰ ਮੰਨਿਆ ਸੀ ਇਹਨਾਂ ਨੇ। ਤੇ ਇਸ਼ਾਕ ਨਿਊਟਨ ਸੀਗਾ ਜਿਨ੍ਹਾਂ ਬਾਰੇ ਤੁਸੀਂ ਜਾਣਦੇ ਹੋ। 1642 ਤੋਂ 1717 ਤੱਕ ਦਾ ਟਾਈਮ ਪੀਰੀਅਡ ਸੀ। ਇੰਗਲੈਂਡ ਦੇ ਰਹਿਣ ਵਾਲਾ ਸੀ। ਗੁਰੂਤਾਕਰਸ਼ਣ ਸਿਧਾਂਤ ਦਿੱਤਾ ਸੀ, ਲਾਅ ਆਫ ਗ੍ਰੈਵੀਟੇਸ਼ਨ ਦਾ, ਨਿਊਟਨ ਨੇ। ਭੌਤਿਕ ਵਿਗਿਆਨ ਦੀ ਅਗਰ ਆਪਾਂ ਗੱਲ ਕਰੀਏ ਤਾਂ 1540 ਤੋਂ 1603 ਤੱਕ ਗਿਲਬਰਟ ਰਹੇ ਨੇ। ਸਟੇਬਨ ਰਹੇ ਨੇ ਜੀ 1548 ਤੋਂ 1620 ਤੱਕ। ਗਿਲਬਰਟ ਨੇ ਦੱਸਿਆ ਕਿ ਚੁੰਬਕੀ ਪਦਾਰਥਾਂ, ਜਿਹੜਾ ਗਿਲਬਰਟ ਸੀਗਾ ਉਹਨੇ ਚੁੰਬਕੀ ਪਦਾਰਥਾਂ ਸੰਬੰਧੀ ਤਜਰਬੇ ਕੀਤੇ ਸੀ। ਇਸ ਦੇ ਨਾਲ ਹੀ ਜਿਹੜੀ ਬਿਜਲੀ ਦੀ ਖੋਜ ਆ ਉਹਦੇ ਲਈ ਰਾਹ ਸਾਫ਼ ਹੋਇਆ ਗਿਲਬਰਟ ਦੇ ਸਿਧਾਂਤ ਦੇ ਨਾਲ। ਤੇ ਗਲੀਲੀਓ ਨੇ ਲਟਕਣ ਸੰਬੰਧੀ ਨਿਯਮਾਂ ਦੀ ਖੋਜ ਕੀਤੀ ਸੀ, ਲਾਜ਼ ਆਫ ਪੈਂਡੂਲਮ ਦੀ। ਰਸਾਇਣਿਕ ਵਿਗਿਆਨ ਦੇ ਵਿੱਚ ਪੈਰਾਸੇਲਸਸ ਸੀਗਾ ਜਿਹੜਾ 1493 ਤੋਂ ਲੈ ਕੇ 1548 ਤੱਕ ਦਾ ਟਾਈਮ ਪੀਰੀਅਡ ਸੀ। ਮਨੁੱਖ ਦੇ ਸਰੀਰ ਵਿੱਚ ਕਹਿੰਦੇ ਪ੍ਰਤੀਕਿਰਿਆਵਾਂ ਕਾਰਨ ਹੀ ਰਸਾਇਣਿਕ ਪਰਿਵਰਤਨ ਹੁੰਦੇ ਆ, ਇਹ ਦੱਸਿਆ ਸੀ ਪੈਰਾਸੇਲਸਸ ਨੇ। ਤੇ ਕਾਰਬਨ ਗੈਸ ਦੀ ਖੋਜ ਵੀ ਪੈਰਾਸੇਲਸਸ ਨੇ ਕੀਤੀ ਜੀ। ਕੋਰਡਸ ਸੀਗਾ ਜਿਹੜਾ ਇੱਕ ਹੋਰ ਰਸਾਇਣ ਵਿਗਿਆਨੀ ਹੋਇਆ ਜੀ 1515 ਤੋਂ 1644 ਤੱਕ। ਚਿਕਿਤਸਾ ਵਿਗਿਆਨ ਦੇ ਖੇਤਰ ਵਿੱਚ ਇੰਗਲੈਂਡ ਦੇ ਰਹਿਣ ਵਾਲਾ ਸੀ ਵਿਲੀਅਮ ਹਾਰਵੇ। 1518 ਤੋਂ 1657 ਤੱਕ ਦਾ ਟਾਈਮ ਪੀਰੀਅਡ ਸੀ। ਲਹੂ ਦਿਲ ਤੋਂ ਚੱਲ ਕੇ ਧਮਣੀਆਂ ਤੇ ਨਾੜੀਆਂ ਵਿੱਚ ਦੀ ਹੁੰਦਾ ਹੋਇਆ ਵਾਪਸ ਦਿਲ ਤੱਕ ਪਹੁੰਚ ਜਾਂਦਾ, ਇਹ ਕਿਸ ਨੇ ਖੋਜ ਕਰੀ ਸੀ? ਇੰਗਲੈਂਡ ਦੇ ਵਿਲੀਅਮ ਹਾਰਵੇ ਨੇ। ਤੇ ਬੈਸੇਲੀਸੀਅਸ ਨੀਦਰਲੈਂਡ ਦੇ ਰਹਿਣ ਵਾਲਾ ਵਿਗਿਆਨੀ ਸੀ ਇੱਕ। 1514 ਤੋਂ 1565 ਤੱਕ ਰਿਹਾ ਜੀ। ਸਰੀਰ ਰਚਨਾ ਵਿਗਿਆਨ ਸੰਬੰਧੀ ਖੋਜ ਪ੍ਰਬੰਧ ਨੇ ਲਿਖਿਆ ਤੇ ਮਨੁੱਖ ਦੇ ਵੱਖ-ਵੱਖ ਅੰਗਾਂ ਤੇ ਅਧਿਐਨ ਉਹਨੇ ਕੀਤਾ ਅੰਗਾਂ ਬਾਰੇ। ਤੇ ਗਣਿਤ 14ਵੀਂ ਸਦੀ ਦੇ, ਜੇਕਰ ਆਪਾਂ ਗਣਿਤ ਦੀ ਗੱਲ ਕਰੀਏ ਤਾਂ ਯੂਰਪ ਵਿੱਚ 14ਵੀਂ ਸਦੀ ਵਿੱਚ ਰੋਮਨ ਅੰਕੜਾ ਪ੍ਰਣਾਲੀ ਸੀ ਜੋ ਕਿ ਬਹੁਤ ਹੀ ਆਪਾਂ ਕਹੀਏ ਦੋਸ਼ਪੂਰਨ ਸੀ। ਤੇ ਬਾਅਦ ਵਿੱਚ ਇੱਥੇ ਅਰਬੀ ਅੰਕੜਾ ਪ੍ਰਣਾਲੀ ਆਈ ਤੇ ਅਸ਼ਾਰੀਆ ਪ੍ਰਣਾਲੀ ਵੀ ਯੂਰਪ ਦੇ ਵਿੱਚ ਸਟਾਰਟ ਹੋ ਗਈ। ਪਹਿਲਾਂ ਰੋਮਨ ਅੰਕੜਾ ਪ੍ਰਣਾਲੀ ਸੀ, ਫਿਰ ਅਰਬੀ ਆਈ, ਫਿਰ ਅਸ਼ਾਰੀਆ ਪ੍ਰਣਾਲੀ ਜੀ। ਤਰਤਗਲੀਆ, ਫਿਰਾਏ, ਕੈਪਲਰ ਤੇ ਡੈਸਾਗਰੋਇਸ, ਨੇਪੀਅਰ ਹੋਰ ਆ ਜਿਹੜੇ ਇਹ ਵਿਦਵਾਨ ਵਿਗਿਆਨੀ ਹੋਏ ਨੇ। ਹੋਰ ਇਜਾਦਾਂ ਦੀ ਗੱਲ ਕਰੀਏ ਆਪਾਂ ਪਹਿਲਾਂ ਹੀ ਆਲਰੇਡੀ ਕਰ ਚੁੱਕੇ ਹਾਂ ਇਸ ਦੇ ਬਾਰੇ। 1454 ਚ ਜਰਮਨੀ ਦੇ ਜਿਹੜੇ ਜੌਨ ਗੁਟਨਬਰਗ ਨੇ ਸੀ ਛਾਪੇਖਾਨੇ ਦੀ ਖੋਜ ਕੀਤੀ ਸੀ। 1477 ਵਿੱਚ ਇੰਗਲੈਂਡ 'ਚ ਵਿਲੀਅਮ ਕੈਕਸਟਨ ਨੇ ਛਾਪਾਖਾਨਾ ਸੀ ਜਿਹੜਾ ਲਗਵਾਇਆ ਸੀ। ਇਸ ਤੋਂ ਇਲਾਵਾ ਕਾਂਸੀ ਦੀਆਂ ਜਿਹੜੀਆਂ ਤੋਪਾਂ ਚੱਲ ਪਈਆਂ ਸੀਗੀਆਂ ਤੇ ਗੋਲਾ ਬਾਰੂਦ ਦੀ ਵਰਤੋਂ ਆ ਜਿਹੜੀ ਉਹ ਸਾਰਾ ਕੁਝ ਇਹਨਾਂ ਨੇ ਕਿੱਥੋਂ ਸਿੱਖਿਆ ਸੀ? ਚੀਨ ਤੋਂ ਸਿੱਖਿਆ ਸੀ। ਕੁਤਬਨੁਮਾ ਦੀ ਸਭ ਤੋਂ ਪਹਿਲਾਂ ਵਰਤੋਂ ਕੌਣ ਕਰਦਾ ਸੀ? ਚੀਨ, ਮਤਲਬ ਕਿ ਕੰਪਾਸ। ਅਲੈਗਜ਼ੈਂਡਰ ਨੇਕਮ ਨੇ 12ਵੀਂ ਸਦੀ 'ਚ ਰਚੀ ਪੁਸਤਕ ਕੁਤਬਨੁਮਾ ਕੰਪਾਸ ਦੀ ਉਪਯੋਗਤਾ ਦਾ ਉਲੇਖ ਕੀਤਾ ਜੀ। ਕਿਸਨੇ ਰਚੀ ਸੀ ਇਹ ਕੰਪਾਸ ਜਾਂ ਆਪਾਂ ਕਹਿੰਦੇ ਕੁਤਬਨੁਮਾ ਪੁਸਤਕ? ਅਲੈਗਜ਼ੈਂਡਰ ਨੇਕਮ ਨੇ 12ਵੀਂ ਸਦੀ 'ਚ। ਪੁਨਰ ਜਾਗਰਣ ਸਮੇਂ ਸਮੁੰਦਰੀ ਯਾਤਰਾ ਲਈ ਕੰਪਾਸ ਯੂਜ਼ ਕਰਨ ਲੱਗ ਗਏ, ਠੀਕ ਹੈ, ਉਹਨਾਂ ਦੇ ਆਸਾਨੀ ਹੋ ਗਈ ਜਹਾਜ਼ਰਾਨੀ ਦੇ ਵਿੱਚ। ਭੂਗੋਲਿਕ ਖੋਜਾਂ ਭੂਗੋਲਿਕ ਖੋਜਾਂ ਵਿੱਚ ਕੀਤੀ ਸੀ ਜੀ ਪੁਰਤਗਾਲ ਨੇ। 1486 ਵਿੱਚ ਡਿਆਜ਼ ਨੇ ਸੀਗਾ ਜਿਹੜਾ ਅਫਰੀਕਾ ਦੇ ਸੀ, ਦੱਖਣੀ ਕਿਨਾਰੇ ਦਾ ਚੱਕਰ ਲਗਾਇਆ। ਡਿਆਜ਼ ਨੇ ਸਭ ਤੋਂ ਪਹਿਲਾਂ 1486 ਵਿੱਚ ਪਹਿਲ ਭੂਗੋਲਿਕ ਖੋਜਾਂ ਵਿੱਚ ਪੁਰਤਗਾਲ ਨੇ ਕਰੀ ਸੀ। ਇਹ ਧਿਆਨ 'ਚ ਰੱਖ ਲੈਣਾ, ਇਹ ਇਟਲੀ ਨੇ ਨਹੀਂ ਕਰੀ ਸੀ। 1498 ਵਿੱਚ ਵਾਸਕੋ ਡੀ ਗਾਮਾ ਭਾਰਤ ਦੇ ਪੱਛਮੀ ਤੱਟ ਉੱਤੇ ਸਥਿਤ ਕਾਲੀਕਟ ਪੁੱਜਾ। ਅਫਰੀਕਾ ਦੇ ਦੱਖਣੀ ਜਿਹੜਾ ਰਸਤੇ ਦੇ ਥਰੂ ਜਿਹੜਾ ਖੋਜਿਆ ਗਿਆ ਸੀ ਡਿਆਜ਼ ਦੇ ਦੁਆਰਾ। 1498 ਨੂੰ ਵਾਸਕੋ ਡੀ ਗਾਮਾ ਕਾਲੀਕਟ ਤੇ ਪੱਛਮੀ ਤੱਟ ਤੇ ਆ ਜਾਂਦਾ, ਭਾਰਤ ਦੇ ਪੱਛਮ ਤੋਂ ਪੂਰਬ ਤੱਕ ਨਵਾਂ ਰਸਤਾ ਜਿਹੜਾ ਮਿਲ ਗਿਆ ਇਸ ਦੇ ਨਾਲ। ਤੇ 1492 ਵਿੱਚ ਕ੍ਰਿਸਟੋਫਰ ਕੋਲੰਬਸ ਨੇ ਅਮਰੀਕਾ ਦਾ ਜਿਹੜਾ ਪਤਾ ਲਗਾਇਆ ਸੀ। 1492 ਦੇ ਵਿੱਚ ਕੋਲੰਬਸ ਨੇ ਜਿਹੜਾ ਅਮਰੀਕਾ ਦਾ ਪਤਾ ਲਗਾਇਆ ਸੀ। 1519 ਤੋਂ 1520 ਫਰਡੀਨੈਂਡ ਮੈਗਲਨ ਨੇ ਦੱਖਣੀ ਅਫਰੀਕਾ ਦੇ ਇਰਦ ਗਿਰਦ ਚੱਕਰ ਕੱਟਣ ਉਪਰੰਤ ਇੱਕ ਨਵੇਂ ਸਮੁੰਦਰੀ ਰਸਤੇ ਨੂੰ ਆਪਾਂ ਕਹਿ ਦਈਏ ਲੱਭਿਆ ਸੀ ਤੇ ਜਿਸ ਨੂੰ ਉਹਨੇ ਨਾਂ ਦਿੱਤਾ ਸੀ ਪੈਸੀਫਿਕ ਓਸ਼ੀਅਨ ਦਾ। ਤੇ ਪਾਰ ਕਰਕੇ ਫਿਲੀਪਨ ਦੇ ਟਾਪੂ ਵਿੱਚ ਪਹੁੰਚ ਗਿਆ ਸੀ ਇਹ। ਇਸ ਰਸਤੇ ਨੂੰ ਪਾਰ ਕਰਕੇ ਕੌਣ ਜੀ? ਫਰਡੀਨੈਂਡ ਮੈਗੇਲਨ ਸੀਗਾ ਜੋ ਅਫਰੀਕਾ ਦੇ ਇਰਦ ਗਿਰਦ ਚੱਕਰ ਲਗਾ ਕੇ ਪੈਸੀਫਿਕ ਓਸ਼ੀਅਨ ਨਾਂ ਦਿੱਤਾ ਜਿਸ ਸਥਾਨ ਦੇ ਰਾਹੀਂ ਉਹ ਆਇਆ ਸੀ ਤੇ ਫਿਲੀਪਨ ਦੇ ਟਾਪੂ ਤੇ ਪਹੁੰਚ ਗਿਆ ਸੀ। ਹਾਂਜੀ, ਇਸ ਤੋਂ ਨਾਲ ਕੀ ਹੋਇਆ? ਇਸ ਤਰ੍ਹਾਂ ਜਿਹੜੇ ਆਪਾਂ ਹੁਣ ਤੱਕ ਕਰਿਆ ਇਹਦੇ ਕਾਰਨ ਕਰੇ ਨੇ ਹਨਾ, ਤੇ ਕਿਹੜੇ ਵਿਦਵਾਨ ਹੋਏ, ਇਹਨਾਂ ਦੀਆਂ ਰਚਨਾਵਾਂ ਸੀਗੀਆਂ ਤੇ ਮੂਰਤੀਕਾਰ, ਚਿੱਤਰਕਾਰ, ਸਭ ਬਾਰੇ ਆਪਾਂ ਇਨਫੋਰਮੇਸ਼ਨ ਲੈ ਚੁੱਕੇ ਹਾਂ। ਤੇ ਜਿਸ ਦੇ ਕਾਰਨ ਜਿਹੜੀ ਯੂਰਪੀ
यूरोपीयन कंट्रीज़ आ उन्हां दे विच की होया, पुनर्जागरण आया तो लोगों के जिहड़ा पुरातनता सी वो खत्म हो गई तो आधुनिकता में उन्होंने प्रवेश किया। तो इसका प्रभाव की पिया पुनर्जागरण का, जिग्यासा की भावना हो गई लोगों में, उत्सुकता हो गई नवीं नवीं चीज़ों के बारे जानने की, काढ़ा कढ़न की, मानवता की जी मानववाद की भावना पैदा हुई, लोग भलाई के कामों बारे सोचने लगे। लोग जी इस्त्रियों की हालत ओबीयस हो गई, सुधरनी स्टार्ट हो गई। नैतिकता का पतन तो होना ही होना सी, क्योंकि पदार्थवाद भौतिकवाद के नाल लोग जुड़ने शुरू हो गए, मशीनी युग आ गया, चर्च की महत्ता घट गई, धर्म सुधार अंदोलनों को उत्साह मिले, साहित्य कला सिक्ख्या का विकास होया, आप पढ़ ही चुके हैं, विग्यानिक भूगोलिक खोजां हुई है ना, तो उद्योगिक विकास, पूंजीवाद का जन्म होया, उपनिवेशवाद को बहुत ज़्यादा उत्साह मिले, तो इस दे नाल ही सामतवाद को धक्का लगा, तो बिल्कुल ही जो समाज में खत्म हो गया, तो युद्ध कला च परिवर्तन आया। हाँ जी, इस दे नाल ही अपनी जी क्लास अज की इत्थे आपां समाप्त करते हैं। नैक्सट आपां धर्म अंदोलन जिहड़े करावांगे विश्व नाल संबंधित ने, जो विश्व के इतिहास नाल संबंधित ने, तो फिर अपने सिर्फ दो ही कंसैप्ट रह जाएंगे, पहला महायुद्ध तो दूजा महायुद्ध। इस दे नाल ही आपां जिहड़ा मास्टर ग्रेड का सिलेबस है वो खत्म हो जाएगा 3 लैक्चरस दे विच भी। सो प्लीज़ अगर तुहानूं वीडियोज़ वधिया लग रही हैं तो अपने फ्रेंड्स के नाल प्लीज़ 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 जरूर शेयर करा करो, तो चैनल नूं सबसक्राइब करना ना भुलना। तो इस नाल ही जेकर कोई भी सुधार करने वाला हुंदा, क्योंकि मैथों कई बार मिसटेक रह जाती है, तो कई विद्यार्थी करते भी ने ना कमेंट भी ये मिसटेक है, तो प्लीज़ वो तुसीं जरूर मैंशन करा करो। तो नाल ही अपने जो भी सुधार करने वाले होंगे वीडियो के विच प्लीज़ तुसीं कमेंट बॉक्स में जरूर दस्सिया करो। तो जो भी कमेंट करे होंगे तो उहदे विच जो भी मैं पिन करदी हाँ, पिंड किया हुंदा, कई बार कोई मिसटेक रह जाती है, कोई विद्यार्थी दसदा तो उहदा मैं पिन कर देनी हुंदी है, तो प्लीज़ चैक कर लिया करो। वीडियो देखने के नाल ही तुहानूं पता लग जाएगा कि वीडियो के विच की अगर कोई गलती हुंदी है। सो मिलदे जी नैक्सट क्लास के विच, तब तक लई धन्नवाद।